एक नौजवान कैनेडा तो दिल्ली परते ने 3 वजे रात को पुजे, नींद भी पूरी नहीं हुई और दिल्ली बॉर्डर धरने ते आ गए। रुलदू उन्हां नाल बैठ के जज्बाती होकर गल्लां बातां कीतियां, चाह इकट्ठे पीती है। बाई तुसीं अपना नाम दसो, पिंड दसो, थोड़ा अपने बारे दसो, तुसीं गल्लां बातां जो कर रहे सीगे, किवें तुहानूं इत्थों आउण नूं तुसीं मजबूर होए, की दृश उत्थे कैनेडा है क्योंकि तुसीं कल ही परते हो? मेरा नाम अजयपाल सिंह जी और वैनकूवर तो मैं आया ਤੇ ਟਿਕਰੀ ਬਾਰਡਰ ਆਪਾਂ ਬੈਠੇ ਹਾਂ ਜੀ। नहीं तुसीं जिवें आए हो उत्थे की तुसीं महसूस किया या क्या तुहानूं मजबूरी मतलब लगी कि तुहाडे आउण दी लोड़? ਮੈਨੂੰ ਕੈਨੇਡਾ ਗਏ ਨੂੰ 2 ਸਾਲ ਹੋ ਗਏ, ਪਰ ਪਿਛਲੇ ਮਹੀਨੇ ਤੋਂ ਲੈ ਕੇ ਲਾ ਲਓ ਤੁਸੀਂ ਜ਼ਿਆਦਾਤਰ, ਵੈਸੇ ਤਾਂ ਜਿਉਂ ਇਹ ਮੋਰਚਾ ਚੱਲ ਰਿਹਾ ਹੈ ਹਰ ਰੋਜ਼ ਤੁਹਾਡੇ ਟੀਵੀ ਜਰੀਏ ਜਾਂ YouTube ਤੇ ਵੱਖ-ਵੱਖ ਸੋਸ਼ਲ ਮੀਡੀਆ ਜਰੀਏ ਅਸੀਂ ਖਬਰਾਂ ਨਾਲ ਇਨ ਟੱਚ ਸੀਗੇ, ਪਰ ਪਿਛਲੇ ਕਈ ਦਿਨਾਂ ਤੋਂ ਕਹਿ ਲਓ ਵੀ ਨੀਂਦ ਉੱਡ ਜਾਣੀ ਉਹ ਗੱਲ ਮੇਰੇ ਨਾਲ ਹੋ ਗਈ। ਵੈਸੇ ਤਾਂ ਇਹ ਗੱਲ ਕਹਿ ਲਓ ਵੀ ਜੱਗੋ 13ਵੀਂ ਵਾਲੀਆਂ ਗੱਲਾਂ ਹੀ ਸੀ, ਉੱਥੇ ਬੈਠਿਆਂ ਨੂੰ ਇੱਕ ਵਲਵਲੇ ਸੀਗੇ, ਦਿਲ ਦੇ ਜਜ਼ਬਾਤ ਸੀ, ਕਿਉਂਕਿ ਜਿਹੜਾ ਸੰਤਾਪ ਪੰਜਾਬ ਨੇ ਹੰਢਾਇਆ ਪਿਛਲੇ ਸਮਿਆਂ 'ਚ, ਚਾਹੇ ਉਹ 47 ਹੈ, 65 ਹੈ, ਚਾਹੇ 84 ਸੀ। ਚਲੋ 84 ਵੇਲੇ ਸਾਡਾ ਜਨਮ ਨਹੀਂ ਹੋਇਆ, ਪਰ ਜਦੋਂ ਲਿਟਰੇਚਰ ਪੜ੍ਹਿਆ ਤਾਂ ਹਮੇਸ਼ਾ ਇੱਕ ਮਨ ਦੇ ਵਿੱਚ ਚਿਣਗ ਸੀਗੀ ਵੀ ਸ਼ਾਇਦ ਜੇ ਅਸੀਂ ਉਦੋਂ ਜੰਮੇ ਹੁੰਦੇ ਤਾਂ ਖਣੀ ਕੀ ਕਰ ਦਿੰਦੇ। ਤਾਂ ਹੁਣ ਉਹ ਜੇ ਨਾ ਹੋਵੇ, ਅਸੀਂ ਫਿਊਚਰ 'ਚ ਕਦੇ ਰਿਪੈਂਟ ਨਾ ਕਰੀਏ, ਤਾਂ ਇਸ ਇਤਿਹਾਸ ਦਾ ਹਿੱਸਾ ਬਣਨ ਦਾ ਮਹਾਰਾਜ ਨੇ ਹੁਕਮ ਦਿੱਤਾ ਤੇ ਖੜੇ ਪੈਰ ਮਤਲਬ 4 ਦਿਨਾਂ ਦੇ ਵਿੱਚ ਟਿਕਟ ਲੈ ਕੇ ਮੈਂ ਇੱਥੇ ਆ ਗਿਆ। ਉਹ 4 ਦਿਨ ਵੀ ਤਾਂ ਲੱਗ ਗਏ ਕਿਉਂਕਿ 3 ਦਿਨ ਜਿਹੜੀ 72 ਘੰਟਿਆਂ ਦੀ ਕਰੋਨਾ ਦਾ ਟੈਸਟ ਸੀਗਾ ਉਹ ਲਾਜ਼ਮੀ ਸੀਗਾ ਇੱਥੇ ਉਤਰਨ ਤੋਂ ਪਹਿਲਾਂ। ਉੱਤਰ ਕੇ ਸਭ ਤੋਂ ਪਹਿਲਾਂ ਕੀ ਕੀਤਾ, ਕਿਵੇਂ ਗੱਲਬਾਤ ਹੋਈ, ਕਿਵੇਂ ਇੱਥੇ ਆਉਣ ਦੀ ਜਿਹੜੀ ਹੈ ਉਹ ਕਦਮ ਵੱਲੇ ਟਿਕਰੀ ਬਾਰਡਰ ਦਾ? ਦੇਖੋ ਜੀ, ਜਿਹੜੇ ਮੇਰੇ ਇੱਥੇ ਦੋਸਤ ਮਿੱਤਰ ਨੇ ਜਾਂ ਭੈਣ ਭਰਾ ਰਿਸ਼ਤੇਦਾਰ ਤੁਹਾਡੇ ਵਰਗੇ ਸਤਿਕਾਰਯੋਗ ਸੱਜਣ ਜਿਨ੍ਹਾਂ ਨਾਲ ਗੱਲਾਂ ਹੁੰਦੀਆਂ ਸੀਗੀਆਂ, ਤਾਂ ਹਮੇਸ਼ਾ ਇਹ ਲੱਗਦਾ ਹੁੰਦਾ ਸੀਗਾ ਉਹਨਾਂ ਨਾਲ ਜਦੋਂ ਵਾਰਤਾਲਾਪ ਹੁੰਦੀ ਸੀ, ਉਹ ਕਹਿੰਦੇ ਸੀ ਯਾਰ ਵੀ ਅਸੀਂ ਤੈਨੂੰ ਸ਼ਬਦਾਂ 'ਚ ਨਹੀਂ ਬਿਆਨ ਕਰ ਸਕਦੇ ਵੀ ਕਿੰਨਾ ਇਕੱਠ ਹੈ ਜਾਂ ਕਿੰਨੇ ਜਜ਼ਬਾਤੀ ਲੋਕ ਹੈ, ਕਿੰਨੇ ਹੌਸਲੇ ਬੁਲੰਦ ਨੇ, ਕਿੰਨੀ ਚੜ੍ਹਦੀ ਕਲਾ ਨਾਲ ਇੱਥੇ ਲੋਕ ਬੈਠੇ ਆ। ਇੱਥੇ ਵਾਲੇ ਲੋਕ ਨੌਜਵਾਨ ਤੁਹਾਨੂੰ ਕੈਨੇਡਾ ਬੈਠਿਆਂ ਨੂੰ ਦੱਸਦੇ ਸੀਗੇ ਜੀ, ਔਰ ਜਦੋਂ ਅਸੀਂ ਉੱਥੇ ਬੈਠੇ ਦੇਖਦੇ ਸੀਗੇ ਤਾਂ ਜਿੰਨਾ ਚਿਰ ਪ੍ਰਤੱਖ ਰੂਪ ਦੇ ਵਿੱਚ ਜਿਸਮਾਨੀ ਤੌਰ ਤੇ ਮਹਾਰਾਜ ਨੇ ਹੁਕਮ ਦਿੱਤਾ ਤੇ ਇੱਥੇ ਆ ਕੇ ਦੇਖਿਆ ਸੱਚੀ ਮੁੱਚੀ ਕੈਮਰੇ ਰਾਹੀਂ, ਮਤਲਬ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਜਿੰਨੇ ਵੀ ਸੱਜਣ ਵਿਦੇਸ਼ਾਂ 'ਚ ਬੈਠੇ ਆ ਵੀ ਜੇ ਤੁਸੀਂ ਰੱਬ ਦੇਖਣਾ ਤਾਂ ਤੁਸੀਂ ਦਿੱਲੀ ਆ ਜਾਓ, ਰੱਬ ਨੂੰ ਦੇਖਣਾ ਇੱਥੇ ਆ ਜਾਓ। ਪਤਾ ਹੀ ਨਹੀਂ ਵੀ ਕਿਹੜੀ ਸੇਵਾ ਕਿੱਥੋਂ ਕਿਵੇਂ ਆ ਰਹੀ ਹੈ। ਬਾਹਰ ਜਿਹੜੇ ਨੌਜਵਾਨ ਬੈਠੇ ਨੇ, ਜਿਵੇਂ ਕੈਨੇਡਾ ਵੈਂਕੂਵਰ 'ਚ ਤੁਸੀਂ ਹੋ, ਉੱਥੇ ਦੇ ਨੌਜਵਾਨ ਕੀ ਸੋਚ ਰਹੇ ਨੇ, ਇਹਨੂੰ ਕਿਵੇਂ ਦੇਖ ਰਹੇ ਨੇ? ਤੁਸੀਂ ਆਪ ਤਾਂ ਖੁਦ ਆ ਗਏ, ਲੇਕਿਨ ਉੱਥੇ ਨੌਜਵਾਨਾਂ ਦਾ ਕੀ, ਉਹ ਵੀ ਐਵੇਂ ਕਾਲੇ ਨੇ? ਬਾਈ ਬੜਾ ਸੋਹਣਾ ਸਵਾਲ ਹੈ ਤੁਹਾਡਾ। ਮੈਂ ਦੱਸਣਾ ਚਾਹੁੰਦਾ ਵੀ ਜਿਹੜੇ ਕੈਨੇਡਾ ਦੇ ਵਿੱਚ ਜਾਂ ਖਾਸ ਕਰਕੇ ਸਰੀ ਵੈਨਕੂਵਰ 'ਚ ਮੈਂ ਗੱਲ ਕਰ ਲਾਂ ਤਾਂ ਤਕਰੀਬਨ ਹਰ 10ਵੇਂ ਦਿਨ ਵਿੱਚ ਇੱਕ ਰੈਲੀ ਜਿਹੜੀ ਪ੍ਰੋਟੈਸਟ ਹੈ ਫਾਰਮਰਸ ਦੇ ਲਈ ਲੋਕ ਕੱਢਦੇ ਨੇ, ਔਰ ਉਹ ਸਰੀ ਤੋਂ ਚੱਲ ਕੇ ਵੈਨਕੂਵਰ ਕੌਂਸਲੇਟ, ਇੰਡੀਅਨ ਕੌਂਸਲੇਟ ਆ ਜਿਹੜਾ ਡਾਊਨਟਾਊਨ ਦੇ ਵਿੱਚ, ਉੱਥੇ ਪਹੁੰਚਦੇ ਆ ਔਰ ਉੱਥੇ ਸ਼ਾਂਤਮਈ ਢੰਗ ਦੇ ਨਾਲ ਜਿਹੜਾ ਪ੍ਰੋਟੈਸਟ ਕਰਦੇ ਆ, ਜਿਹਦੇ ਕਰਕੇ ਕੌਂਸਲੇਟ ਤੋਂ ਸਾਡੀ ਸੈਂਟਰ ਸਰਕਾਰ, ਫੈਡਰਲ ਗਵਰਨਮੈਂਟ ਇੰਡੀਆ ਦੀ ਤੱਕ ਵੀ ਉਹ ਖਬਰ ਆ ਰਹੀ ਹੁੰਦੀ ਹੈ। ਔਰ ਜਿਹੜੇ ਦੂਸਰੇ ਲੋਕ ਆ ਰਹੇ ਆ ਉੱਥੇ, ਕੋਈ ਵੀ ਹੋਰ ਕੰਟਰੀ ਦੇ ਲੋਕ ਵੈਨਕੂਵਰ ਨੇ, ਉਹ ਆ ਕੇ ਜਦੋਂ ਪੁੱਛਦੇ ਆ ਗੋਰੇ, ਤਾਂ ਉਹ ਬੜਾ ਹਮਦਰਦੀ ਦਾ ਪ੍ਰਗਟ ਕਰਦੇ ਆ, ਬੜੀ ਹਮਦਰਦੀ ਪ੍ਰਗਟ ਕਰਦੇ ਆ। ਔਰ ਆ ਜਿਹੜਾ ਧੂਆਂ ਵਗੈਰਾ ਬੜਾ, ਚਲੋ ਇਹ ਵੀ ਪੰਜਾਬ ਦਾ ਇੱਕ ਕਲਚਰ ਬਾਈ ਇੱਥੇ ਹੀ ਮਿਲਦਾ, ਪਰ ਜਿਹੜੇ ਨੌਜਵਾਨ ਉੱਥੇ ਨੇ ਹਰ ਰੋਜ਼ ਰਾਤ ਨੂੰ 6 ਵਜੇ ਤੋਂ ਲੈ ਕੇ 9 ਵਜੇ ਤੱਕ ਸਰੀ ਦੇ ਵਿੱਚ ਜਾਂ ਵੈਨਕੂਵਰ 'ਚ ਵੱਖ-ਵੱਖ ਚੌਂਕਾਂ 'ਚ ਖੜ੍ਹਦੇ ਆ, ਪੋਸਟਰਸ ਲੈ ਕੇ ਫਾਰਮਰਸ ਪ੍ਰੋਟੈਸਟ ਦਾ ਹੋਕਾ ਦੇ ਰਹੇ ਆ। ਐਮਬੈਸੀ ਦੀ ਵੀ ਗੱਲ ਕਰ ਰਹੀ ਸੀਗੀ ਜੀ, ਕੌਂਸਲੇਟ ਦੇ ਵਿੱਚ ਜਿਹੜਾ ਉਹ ਲਗਾਤਾਰ ਪ੍ਰੋਗਰਾਮ ਹਰੇਕ ਵਿਦੇਸ਼ ਦੇ ਵਿੱਚ, ਚਾਹੇ ਉਹ ਇਕੱਲਾ ਕੈਨੇਡਾ ਹੀ ਨਹੀਂ, ਚਾਹੇ ਉਹ ਸਟੇਟਸ ਹੈ USA, ਆਸਟ੍ਰੇਲੀਆ, ਜਰਮਨ, ਯੂਰਪ, ਜਿੱਥੇ ਕਿਤੇ ਵੀ ਇੰਡੀਅਨ ਫਾਰਮਰ ਪੰਜਾਬੀ ਬੈਠੇ ਆ, ਉਹ ਅੰਬੈਸੀਆਂ ਨੂੰ ਟਾਰਗੇਟ ਤਾਂ ਕਰਦੇ ਕਿਉਂਕਿ ਉਹ ਸਾਰੀ ਰਿਪੋਰਟ ਸੈਂਟਰ ਗਵਰਨਮੈਂਟ ਹਿੰਦੁਸਤਾਨ ਦੀ ਤੱਕ ਉਹ ਪਹੁੰਚਦੀ ਹੈ। ਅੱਛਾ, ਇੱਥੇ ਮਦਦ ਵੀ ਕਰ ਰਹੇ ਨੇ। ਸਿੰਘੂ ਬਾਰਡਰ, ਜਿਵੇਂ ਇੱਕ ਬੰਦੇ ਨੇ ਕੈਨੇਡਾ, ਕਿਸਾਨ ਨੇ, ਉਹ ਪਰਿਵਾਰ ਉਹਨਾਂ ਦਾ ਕਿਸਾਨੀ ਕਰਦਾ, ਉਹ ਕਹਿੰਦੇ ਕਿ ਮੇਰਾ ਭਾਈ USA ਹੈ, ਉਹਨਾਂ ਨੇ ਲੰਗਰ ਲਾਇਆ ਹੋਇਆ ਹੈ, ਔਰ ਇੰਨਾ ਮਤਲਬ ਸਪੋਰਟ ਜਿਹੜੀ ਹੈ ਬਾਹਰੋਂ NRIs ਦੀ, ਜਿਹੜੇ ਇੱਥੋਂ ਪੰਜਾਬੀ ਗਏ ਆ ਉਹਨਾਂ ਦੀ ਆ ਰਹੀ ਹੈ। ਇਹ ਕਈ ਇਸ 'ਤੇ ਸਵਾਲ ਵੀ ਖੜੇ ਕਰ ਰਹੇ ਨੇ, ਕਈਆਂ ਦੀ ਇਹ ਮਦਦਗਾਰ ਹੈ, ਕਈਆਂ ਦਾ ਰੋਟੀ ਦਾ ਜ਼ਰੀਆ ਵੀ ਬਣ ਰਹੀ ਹੈ ਨਾ? ਇਸ ਨੂੰ ਕਿਵੇਂ ਦੇਖਦੇ? ਦੇਖੋ ਬਾਈ, ਜਿੰਨੀ ਕੁ ਮਹਾਰਾਜ ਨੇ ਮੈਨੂੰ ਸੋਝੀ ਬਖਸ਼ੀ ਆ, ਉਹਦੇ ਮੁਤਾਬਕ ਜੋ ਮੈਂ ਇੱਥੇ ਆਪ ਆ ਕੇ ਦੇਖਿਆ ਵੀ ਜੇ 84 ਲੇਟੈਸਟ ਆਪਾਂ ਟ੍ਰੈਜਡੀ ਜਿਹੜੀ ਪੰਜਾਬੀਆਂ ਦੇ ਨਾਲ ਹੋਈ ਆ ਉਸ ਦਾ ਗੱਲ ਕਰ ਲਈਏ, ਜ਼ਿਕਰ ਕਰ ਲਈਏ, ਤਾਂ ਮੈਂ ਸਮਝਦਾ ਜਿਹੜਾ 36 ਸਾਲ ਹੋ ਗਏ ਉਸ ਕਹਾਣ ਹੋਏ ਨੂੰ,
ਉਹਨਾਂ 36 ਸਾਲਾਂ ਦੇ ਵਿੱਚ ਸਾਡੇ ਜਿਹੜੇ ਪਿਆਰੇ ਵੀਰ ਕਿਸੇ ਵੀ ਦੇਸ਼ ਦੇ ਵਿੱਚ ਗਏ ਆ, ਵਿਦੇਸ਼ਾਂ ਦੇ ਵਿੱਚ ਪਹੁੰਚੇ ਆ, ਉਹ ਬੜੀਆਂ ਹਾਈਅਰ ਲੈਵਲ ਦੀਆਂ ਪੋਜੀਸ਼ਨਸ ਤੇ ਪਹੁੰਚ ਗਏ ਔਰ ਮਿਹਨਤ ਕਰਕੇ ਉਹ ਇੰਨਾ ਮਤਲਬ ਮਹਾਰਾਜ ਨੇ ਉਹਨਾਂ ਨੂੰ ਸੌਖੇ ਕਰਤਾ, ਪੈਸੇ 'ਚ ਕਰਤਾ ਔਰ ਅੱਜ ਉਹ ਸੁਸਾਇਟੀ ਨੂੰ ਪੇ ਬੈਕ ਕਰਨ ਦਾ ਮੌਕਾ ਮਹਾਰਾਜ ਨੇ ਦਿੱਤਾ ਹੈ। 35-36 ਸਾਲਾਂ 'ਚ ਉਹ ਜਿਹੜੀ NRIs ਭਰਾ ਨੇ ਕਮਾਈ ਕੀਤੀ ਹੈ, ਉਹ ਆਪਦੀ ਸੇਵਾ ਤਿਲ-ਫੁੱਲ ਜੋ ਵੀ ਕਿਸੇ ਤੋਂ ਸਰਦਾ ਹੈ, ਚਾਹੇ ਉਹ ਉੱਥੇ ਪ੍ਰੋਟੈਸਟ ਕਰਦੇ ਨੇ, ਚਾਹੇ ਇੰਟਰਨੈਸ਼ਨਲ ਸਟੂਡੈਂਟ ਆਪਣੇ ਸ਼ਾਮ ਨੂੰ ਖੜ ਕੇ 6 ਤੋਂ 9 ਤੱਕ ਚੌਂਕਾਂ ਦੇ ਵਿੱਚ ਪੀਸਫੁਲ ਪ੍ਰੋਟੈਸਟ ਕਰਦੇ ਨੇ। ਔਰ ਲੋਕ ਕੀ ਹੈ, ਕਿਉਂਕਿ ਉੱਥੇ ਆਮ ਤੌਰ ਤੇ ਹਾਰਨ ਹੈ ਜਾਂ ਹੌਂਕ ਨਹੀਂ ਹੁੰਦੇ, ਪਰ ਜਦੋਂ ਚੌਂਕ 'ਚੋਂ ਬੰਦੇ ਪੜ੍ਹਦੇ ਆ, ਚਾਹੇ ਉਹ ਕਿਸੇ ਵੀ ਜਾਤ ਦਾ, ਕੋਈ ਵੀ ਗੋਰਾ, ਕਿਸੇ ਵੀ ਦੇਸ਼ ਦਾ, ਉਹ ਹੌਂਕ ਕਰਕੇ ਸਾਨੂੰ ਐਪਰੀਸ਼ੀਏਟ ਕਰਦੇ। ਗੋਰੇ ਪੁੱਛਦੇ ਹੋ, ਤੁਸੀਂ ਦੱਸ ਰਹੇ ਸੀਗੇ ਗੱਲਬਾਤ 'ਚ ਵੀ ਉਹ ਗੋਰੇ, ਤੁਹਾਨੂੰ ਆਇਰਲੈਂਡ ਦੀ ਇੱਕ ਕੁੜੀ ਨੇ ਪੁੱਛਿਆ ਕਿ ਇਹ ਕੀ ਹੈਗਾ, ਕੀ ਇੰਪੈਕਟ ਹੈਗਾ। ਤੁਸੀਂ BBC ਦਾ ਵੀ ਜ਼ਿਕਰ ਕੀਤਾ, ਤੁਸੀਂ ਜ਼ਿਕਰ ਕਰ ਰਹੇ ਸੀਗੇ ਖਬਰਾਂ ਦਾ ਵੀ, ਔਰ ਗੋਰੇ ਉੱਥੇ ਦੇ ਲੋਕ ਕੀ ਮਹਿਸੂਸ ਕਰਦੇ ਬਈ? ਜਦੋਂ ਆਪਾਂ ਡਾਊਨਟਾਊਨ ਦੀ ਗੱਲ ਕਰਦੇ ਹਾਂ, ਜਿਵੇਂ ਨਿਊਯਾਰਕ ਦਾ ਟਾਈਮ ਸਕੁਅਰ ਹੈ, ਉਹ ਇੱਕ ਬਹੁਤ ਵੱਡਾ ਦੁਨੀਆ ਦੇ ਵਿੱਚ ਇੰਪੈਕਟ ਰੱਖਦੀ ਹੈ ਜਗ੍ਹਾ। ਉੱਥੋਂ ਦੀਆਂ ਸਕਰੀਨਾਂ ਦੇ ਉੱਤੇ ਸਾਡੇ ਫਾਰਮਰਸ ਦੀਆਂ ਖਬਰਾਂ ਚੱਲਣੀਆਂ। BBC ਨਿਊਜ਼, ਜਿਵੇਂ ਮਾਤਾ ਕੋਲੇ ਆਪਣਾ ਉਹਨਾਂ ਦਾ ਗਿੱਦੜਵੇ ਬਲਾਕ ਦੇ ਵਿੱਚ ਪਿੰਡ ਹੈ, ਉਹਨਾਂ ਕੋਲੇ BBC ਨਿਊਜ਼ ਚੱਲ ਕੇ ਜੰਡੀਆਂ ਪਿੰਡ ਉੱਥੇ ਕਵਰੇਜ ਕੀਤੀ। ਇਹ ਫੋਟੋਆਂ ਉੱਥੇ ਚੱਲੀਆਂ, ਇਹ ਫੋਟੋਆਂ ਉੱਥੇ ਚੱਲ ਰਹੀਆਂ। ਲੋਕਲ ਜਿਹੜੇ ਜਿਮ ਵਗੈਰਾ ਨੇ ਬਈ, ਕੈਨੇਡਾ ਦੀ ਜੇ ਗੱਲ ਕਰ ਲਈਏ, ਸਰੀ ਵੈਨਕੂਵਰ, ਉਹ ਜਿਮਸ ਦੇ ਜਿਹੜੇ ਸਕਰੀਨਸ ਹੈ, TV ਹੈ, ਉਹਦੇ ਤੇ ਸਾਡੀ ਫਾਰਮਰਸ ਦੀ ਰੈਲੀ ਹੈ। ਕੋਈ ਮਾਲ ਆ ਉੱਥੇ ਜਿਹੜੇ ਉਹਨਾਂ ਦੀਆਂ ਜਿੱਥੇ ਸਕਰੀਨਾਂ ਲੱਗੀਆਂ, ਕੋਈ ਵੀ ਪਬਲਿਕ ਗੈਦਰਿੰਗ ਜਿੱਥੇ ਦੇਖ ਰਹੀ ਹੈ, ਉਹ ਕਵਰ ਕਰ ਰਹੇ ਬਾਈ। ਤੇ ਇੰਟਰਨੈਸ਼ਨਲ ਲੈਵਲ ਤੇ ਇਹ ਚੀਜ਼ ਦਾ ਜਿਹੜਾ ਬੋਲਬਾਲਾ ਹੈ। ਇੰਡੀਆ ਨੂੰ ਲੋਕ ਕਿਵੇਂ ਜਾਣਦੇ ਆ ਬਾਕੀ ਮੁਲਕਾਂ ਦੇ, ਕਿਉਂਕਿ ਇੰਡੀਆ ਇਜ਼ ਦਾ ਲਾਰਜੈਸਟ ਡੈਮੋਕ੍ਰੈਟਿਕ ਕੰਟਰੀ ਆਫ ਦਾ ਵਰਲਡ। ਔਰ ਜਿਹੜੀ ਗੋਰੇ ਦੀ ਤੁਸੀਂ ਗੱਲ ਆਪਾਂ ਪਹਿਲਾਂ ਵੀ ਜ਼ਿਕਰ ਕੀਤਾ, ਉਹ ਆਇਰਲੈਂਡ ਦੀ ਸੀ ਕੁੜੀ, ਉਹ ਮੇਰੇ ਕੋਲੇ ਆਈ, ਮੇਰੇ ਪੱਗ ਬੰਨੀ ਕਰਕੇ, ਉਹਦੀ ਵੀ ਸਿੱਖ ਬੋਲਦੇ ਸਿੱਖ ਨੂੰ, ਤੇ ਕਹਿੰਦੇ ਤੁਸੀਂ ਵਾਰੀਅਰਸ ਹੈ, ਯੋਧਿਆਂ ਦੀ ਕੌਮ ਹੈ। ਤਾਂ ਉਦੋਂ ਬਈ ਐਂ ਲੱਗਦਾ ਵੀ ਸਾਨੂੰ ਤਾਂ ਲੋਕ ਦੱਸਦੇ ਵੀ ਤੁਸੀਂ 1% ਹੀ ਦੁਨੀਆ ਦਾ ਹਿੱਸਾ, ਪਰ ਸਾਡੇ ਵੱਡ ਵਡੇਰੇ ਗੁਰੂ ਸਾਹਿਬ ਐਸੀਆਂ ਕੁਰਬਾਨੀਆਂ ਦੇ ਗਏ ਬਈ ਵੀ ਦੁਨੀਆ ਯਾਦ ਰੱਖ ਰਹੀ ਹੈ ਯੋਧਿਆਂ ਵਾਂਗੂ। ਔਰ ਉਹ ਇਸ ਗੱਲ ਤੇ ਜ਼ੋਰ ਦੇ ਰਹੇ ਹੈ ਵੀ ਜਿਹੜੀ ਫਾਰਮਰਸ ਪ੍ਰੋਟੈਸਟ ਹੈ, ਆਪਦੀ ਹਮਾਇਤ। ਔਰ ਜਦੋਂ ਉਹਨਾਂ ਨੂੰ ਪਤਾ ਲੱਗਿਆ ਮੈਂ ਕਿਹਾ ਮੈਂ ਇੰਡੀਆ ਚੱਲਿਆ, ਉਹ ਕਹਿੰਦੇ ਸਲੂਟ ਆ ਤੈਨੂੰ। ਸਾਡੇ ਉੱਥੇ ਪਰਿਵਾਰ 'ਚ ਕੌਣ ਹੈ ਉੱਥੇ, ਤੁਸੀਂ ਦੱਸ ਰਹੇ ਸੀ? ਮੇਰੀ ਵਾਈਫ ਹੈ ਜੀ ਉੱਥੇ, ਔਰ ਮੇਰੀ ਬਾਕੀ ਫੈਮਿਲੀ ਹਜੇ ਇੱਥੇ ਹੀ ਹੈ, ਕਿਉਂਕਿ ਮੈਨੂੰ ਪੌਣੇ ਕੁ 2 ਸਾਲ ਹੋਏ ਆ ਕੈਨੇਡਾ ਗਿਆ ਨੂੰ। ਪਰ ਮੈਂ ਤੁਹਾਡੇ ਮਾਧਿਅਮ ਰਾਹੀਂ ਅੱਜ ਮੇਰੀ ਸਰਦਾਰਨੀ ਦਾ ਵੀ ਧੰਨਵਾਦ ਕਰਦਾ। ਜੇ ਉਹ ਬਾਈ ਮੈਨੂੰ ਨਾ ਕਹਿੰਦੀ ਜਾਂ ਪ੍ਰੇਰਿਤ ਨਾ ਕਰਦੀ ਇੱਥੇ ਆਉਣ ਲਈ, ਤਾਂ ਸ਼ਾਇਦ ਮੈਂ ਨਾ ਆ ਸਕਦਾ। ਪਰ ਉਹਨੇ ਮੈਨੂੰ ਬੜੇ ਖਿੜੇ ਮੱਥੇ ਆਹ ਗੱਲ, ਜਿਹੜਾ ਮੇਰਾ ਜਾਣ ਦਾ, ਆਉਣ ਦਾ ਇੱਥੇ ਡਿਸੀਜਨ ਸਵੀਕਾਰ ਕਰਕੇ ਮੈਨੂੰ ਹੱਲਾਸ਼ੇਰੀ ਦੇ ਕੇ ਭੇਜਿਆ। ਔਰ ਉੱਥੇ ਪ੍ਰੋਟੈਸਟ ਦੇ ਵਿੱਚ ਜਦੋਂ ਅਸੀਂ ਜਾਂਦੇ ਸੀ, ਸਾਡੇ ਪੰਜਾਬੀ ਵੀਰ, ਉੱਥੋਂ ਦਾ ਲੋਕਲ ਮੀਡੀਆ ਜਿਹੜਾ, ਉਹਨਾਂ ਨੂੰ ਵੀ ਇਹੀ ਗੱਲ ਦੱਸਦੇ ਸੀਗੀ, ਜਿਹੜੇ ਸਾਡੇ ਘਰੋਂ ਹੈ ਉਹ ਸਪੋਰਟ ਇੰਨੀ ਕੁ ਦੇ ਰਹੇ ਹੈ ਵੀ ਜਿਹਦਾ ਮੈਂ ਸ਼ਬਦਾਂ 'ਚ ਬਿਆਨ ਨਹੀਂ ਕਰ ਸਕਦਾ ਬਾਈ। ਹਰ ਬੰਦਾ ਉੱਥੇ ਜਿਹਨੂੰ 0.5% ਚਾਂਸ ਵੀ ਮਿਲ ਰਿਹਾ ਖੁਦ ਆਉਣ ਦਾ, ਉਹ ਚੱਲ ਕੇ ਆ ਰਿਹਾ। ਜੇ ਨਹੀਂ ਆਇਆ ਜਾ ਰਿਹਾ, ਚਾਹੇ ਉਹ ਕਿਸੇ ਤਰ੍ਹਾਂ ਦੀ ਕੋਈ NRI ਵੀਰ ਸੇਵਾ ਭੇਜ ਰਹੇ ਨੇ। ਇੱਕ ਐਗਜ਼ਾਮਪਲ ਤੁਹਾਨੂੰ ਮੈਂ ਬਾਈ ਹੋਰ ਦੱਸਦਾ। ਹਰਿਆਣੇ ਦੇ ਕਿਸੇ ਵੀਰ ਨੇ ਇੱਕ ਆਸ਼ਾ ਟਰੈਕਟਰ ਹੈ ਜਿਹੜਾ ਆਈਸ਼ਰ, ਉਹਦੇ ਨਾਲ ਫੋਟੋ ਪਾਤੀ ਜਦੋਂ ਇੱਧਰ ਦਿੱਲੀ ਨੂੰ ਕੂਚ ਕਰਨਾ ਸੀ। ਤਾਂ ਉਹ NRI ਵੀਰ ਕੈਨੇਡਾ ਦਾ, ਮੈਂ ਨਾਂ ਵਿਸਰ ਗਿਆ ਮੇਰੇ ਮਨੋਂ ਉਹਨਾਂ ਦਾ, ਬਾਈ ਨੇ ਫੋਟੋ ਦੇਖ ਕੇ ਉਹਨੂੰ ਫੋਨ ਕੀਤਾ, ਮੈਸੇਜ ਕੀਤਾ, ਤੇ 4 ਟਰੈਕਟਰ ਬਾਈ ਜੀ ਨਵੇਂ ਉਹਨਾਂ ਨੇ ਉਸ ਪਿੰਡ ਨੂੰ ਦੇਤੇ ਵੀ ਆਹ ਪੁਰਾਣਾ ਟਰੈਕਟਰ ਬਾਈ ਇੱਥੇ ਹੀ ਖੜਾ ਜਾਓ। 4 ਟਰੈਕਟਰ ਇੱਥੇ ਦੇਤੇ। ਫਿਰ ਤੁਸੀਂ ਦੇਖੋ ਬਾਈ ਵੀ ਜਿਹੜਾ ਕੁਆਂਟਲਾਂ ਦੇ ਹਿਸਾਬ ਨਾਲ ਦਾਖਾਂ, ਮਿਸ਼ਰੀ, ਕਾਜੂ, ਬਦਾਮ ਇੱਥੇ ਪਹੁੰਚ ਰਹੇ ਨੇ ਬਾਈ। ਪੀਜ਼ਿਆਂ ਦੇ ਲੰਗਰ ਲੱਗ ਗਏ। ਮੈਂ ਤੜਕੇ ਅੱਜ ਨਾ ਸਵੇਰ ਪੌਣੇ 4 ਵਜੇ ਉੱਠਿਆ, ਤੇ ਹਠੂਰ ਪਿੰਡ ਦੀ ਸੰਗਤ ਬੈਠੀ ਸੀਗੀ ਇੱਥੇ, ਜਿੱਥੇ ਖਾਲਸਾ ਏਡ ਵਾਲੇ ਨੇ, ਉਹਨਾਂ ਦੇ ਜਮਾਂ ਸਾਹਮਣੇ ਪੰਪ ਕੋਲੇ। ਉਹ ਰਾਠੀ ਸਾਹਿਬ ਜਿਨ੍ਹਾਂ ਦਾ ਉਹ ਪੰਪ HP ਔਰ ਉਹਨਾਂ ਦੀ ਏਜੰਸੀ ਹੈ ਗੈਸ ਦੀ, ਉਹ ਹਰ ਰੋਜ਼ ਆ ਕੇ ਖਾਲੀ ਸਿਲੰਡਰ ਕਿਸੇ ਵੀ ਕੰਪਨੀ ਦਾ ਦਿਓ, ਭਰਿਆ ਸਿਲੰਡਰ ਦਿੰਦੇ ਆ। ਤੜਕੇ ਆ ਕੇ ਹੋਕਾ ਦਿੰਦੇ ਆ, ਅੱਡ-ਅੱਡ ਟਰਾਲੀਆਂ ਦੇ ਵਿੱਚ ਜਾ ਕੇ, ਵੀ ਜਿਹਨੂੰ ਦੁੱਧ ਚਾਹੀਦਾ, ਲੱਕੜਾਂ ਚਾਹੀਦੀਆਂ, ਬਾਲਣ ਚਾਹੀਦਾ, ਜਿਹੜੀ ਚੀਜ਼ ਵੀ ਚਾਹੀਦੀ ਹੈ ਬਾਈ ਉਹ ਦਿੰਦੇ ਆ। ਇੰਨਾ ਤੁਸੀਂ ਦੱਸੋ ਬਾਈ, ਸੇਵਾ ਭਾਵਨਾ ਤੇ ਕਿਵੇਂ ਨਾ ਮਹਾਰਾਜ ਜਿੱਤ ਪ੍ਰਾਪਤ ਕਰਾਊਗਾ। ਇਹ ਪੰਜਾਬ ਤੁਸੀਂ ਕੈਨੇਡਾ 'ਚ ਮਿਸ ਨਹੀਂ ਕਰਦੇ ਤੇ ਫਿਰ ਭਾਈ ਜੀ? ਕਣ ਕਣ ਸਾਡਾ ਰੋਮ ਪੰਜਾਬ ਦਾ ਅਸੀਂ ਦੇਣ ਨਹੀਂ ਦੇ ਸਕਦੇ। ਜੇ ਮੈਂ ਕੈਨੇਡਾ ਗਿਆ, ਜਾਂ ਮੈਂ ਸਮਝਦਾ ਵੀ ਕੋਈ ਵੀ NRI ਵੀਰ ਗਿਆ, ਤਾਂ ਉਹ ਆਪਦੀ ਜ਼ਮੀਨ ਭੋਏ ਜਿਹੜੀ ਮਹਾਰਾਜ ਨੇ ਬਖਸ਼ੀ, ਖੇਤੀ ਕਰਕੇ ਅਸੀਂ ਬਾਈ ਉੱਥੇ ਪਹੁੰਚੇ ਸੀ, ਕਿਉਂਕਿ ਖੇਤੀ ਤੋਂ ਬਿਨਾ ਸਾਡੇ ਕੋਲੇ ਹੋਰ ਕੋਈ ਇਨਕਮ ਦਾ ਸਾਧਨ ਨਹੀਂਗਾ, ਕੋਈ ਆਲਟਰਨੇਟ ਸੋਰਸ ਆਫ ਇਨਕਮ ਨਹੀਂ।
ਦਿੱਲੀ 'ਚ ਤਾਂ ਨਵਾਂ ਪੰਜਾਬ ਬਣ ਗਿਆ ਹੈ ਤੇ ਤੁਸੀਂ ਦੇਖੋ ਤਸਵੀਰਾਂ ਵੀ ਤੁਸੀਂ ਦੇਖੋ ਆਪਾਂ ਗੱਲਬਾਤ ਬੇਸ਼ੱਕ ਕਰ ਰਹੇ ਹਾਂ ਕਿ ਬਾਬੇ ਬੈਠੇ ਹੋਏ ਨੇ ਆ ਦੇਖੋ ਪਿਆਜ਼ ਕੱਟ ਰਹੇ ਨੇ ਉੱਥੇ ਲੱਕੜਾਂ ਮਗ ਰਹੀਆਂ ਹੈ ਤੂੰ ਉਹਨਾਂ ਨੇ ਪਾਣੀ ਗਰਮ ਕਰਨਾ ਚੁੱਲ੍ਹੇ ਵਾਸ਼ਿੰਗ ਮਸ਼ੀਨਾਂ ਬਾਈ ਤੁਸੀਂ ਵੇਖੋ ਆਟੋਮੈਟਿਕ ਵਾਸ਼ਿੰਗ ਮਸ਼ੀਨਾਂ ਦੀ ਸੇਵਾ ਬਾਈ ਆ ਬਜ਼ੁਰਗ ਜਿਹੜੇ ਆ ਲਾ ਕੇ ਕੱਲ ਨਾ ਬਾਈ ਮੈਨੂੰ ਸਨਾਮ ਤੋਂ ਆਏ ਸੀਗੇ ਕੋਈ ਫੈਮਿਲੀ ਤਾਂ ਉਹ ਬਾਈ ਮੈਨੂੰ ਮਿਲ ਗਏ ਤੇ ਉਹਨਾਂ ਦੇ ਨਾਲ ਬੱਚੇ ਸੀਗੇ 2 ਮੁੰਡੇ ਔਰ 3 ਉਹਨਾਂ ਨਾਲ ਸਾਡੀਆਂ ਬੇਟੀਆਂ ਕੋਈ ਹੋਣੀ ਆ 10-12 ਸਾਲ ਦੀ ਉਮਰ ਦੇ ਤੇ ਮੈਂ ਬਾਈ ਨੂੰ ਬੁਲਾਇਆ ਫਤਿਹ ਬੁਲਾਈ ਤੇ ਮੈਂ ਕਿਹਾ ਬਾਈ ਤੁਸੀਂ ਕਿਵੇਂ ਕਹਿੰਦੇ ਮੈਂ ਬੱਚਿਆਂ ਨੂੰ ਕੱਲਾ ਦਿਖਾਉਣ ਆਇਆ ਵੀ ਆਹ ਸਾਡਾ ਇਤਿਹਾਸ ਹੈ ਤੇ ਬਾਈ ਤੁਸੀਂ ਦੇਖੋ ਵੀ ਜੇ ਅੱਜ ਉਹ 10 ਸਾਲ ਦਾ ਬੱਚਾ ਇੱਥੇ ਆ ਕੇ ਉਹ ਚੀਜ਼ ਦੇਖ ਰਿਹਾ ਹੈ ਤਾਂ ਜਦੋਂ ਉਹਨੇ ਮਹਾਰਾਜ ਨੇ ਜਿੰਨੀ ਉਹਨੂੰ ਉਮਰ ਬਖਸ਼ੀ ਹੈ ਉਹ ਚੀਜ਼ ਉਹਦੇ ਜ਼ਿਹਨ 'ਚ ਪੱਕੀ ਤਰ੍ਹਾਂ ਰਹਿ ਜੂਗੀ ਔਰ ਉਹ ਕਿਵੇਂ ਗਾਂ ਨੂੰ ਜਿਹੜਾ ਉਹਦਾ ਦ੍ਰਿੜ ਇਰਾਦਾ ਨਿਸ਼ਚੈ ਕਰਕੇ ਆਪਦੀ ਜਿੱਤ ਹੈ ਜਿਹੜੀ ਉਹ ਹੋਊਗੀ ਪੱਕਾ ਹੋਊਗੀ ਅੱਛਾ ਜੀ ਭਾਈ ਮੈਂ ਇੱਕ ਕਲਾਕਾਰਾਂ ਤੇ ਆਉਂਗਾ ਕਲਾਕਾਰ ਜਾਜੀ ਵੀ ਆਏ ਦੇ ਤੇ ਹੋਰ ਵੀ ਕਲਾਕਾਰ ਉਰੇ ਪੁੱਜ ਰਹੇ ਨੇ ਸੇਵਾ ਵੀ ਕਰ ਰਹੇ ਨੇ ਕਲਾਕਾਰਾਂ ਦਾ ਇਹੋ ਜਿਹਾ ਇੰਪੈਕਟ ਕਿਉਂ ਕਿਉਂਕਿ ਤੁਸੀਂ ਤਾਂ ਦੋਨੇ ਨੇਸ਼ਨ ਸੀ ਕੈਨੇਡਾ ਵੀ ਪੰਜਾਬੀ ਬਹੁਤ ਹੈ ਉਹ ਐਡਵਾਂਸ ਪੰਜਾਬੀ ਉਹਨਾਂ ਨੂੰ ਕਹਿ ਸਕਦੇ ਆ ਇੱਥੋਂ ਗਏ ਨੇ ਜਿਹੜੇ ਇੱਥੇ ਹੈਗੇ ਆ ਉਹ ਹਲੇ ਉਧਰ ਬਾਹਰ ਨੂੰ ਝਾਕਦੇ ਆ ਤਾਂ ਦੋਨਾਂ ਦਾ ਤੁਸੀਂ ਮਤਲਬ ਐਨਾਲਿਸਿਸ ਤੁਹਾਡੇ ਕੋਲ ਹੈਗਾ ਹੈ ਕਲਾਕਾਰ ਇੱਥੇ ਪੁੱਜੇ ਸੀਗੇ ਉਹ ਉਹਦਾ ਕਿੰਨਾ ਕੁ ਇੰਪੈਕਟ ਹੈਗਾ ਔਰ ਕਿੰਨੇ ਕੁ ਕਲਾਕਾਰ ਨੂੰ ਤੁਸੀਂ ਮੰਨਦੇ ਹੋ ਕਿ ਉਹਦਾ ਇੰਪੈਕਟ ਸੀ ਦੇਖੋ ਬਾਈ ਵੀ ਜਿਹੜਾ ਯੂਥ ਆਪਾਂ ਜਿਹਨੂੰ ਕਹਿ ਦਿੰਨੇ ਆ ਇਸ ਗੱਲ ਦੇ ਵਿੱਚ ਕੋਈ ਦੋ ਰਾਵਾਂ ਨਹੀਂ ਵੀ ਜੇ ਪਹਿਲੇ ਦਿਨ ਤੋਂ ਕਲਾਕਾਰ ਵੀਰ ਚਾਹੇ ਜਮਾਂ ਪਹਿਲੇ ਦਿਨ ਤੋਂ ਡੇ 1 ਤੋਂ ਸਾਡਾ ਵੀਰ ਹੈ ਜਸ ਬਾਜਵਾ ਉਹ ਆਇਆ ਚਾਹੇ ਉਸ ਤੋਂ ਬਾਅਦ ਹਰਫ ਚੀਮਾ ਮੇਰਾ ਬਹੁਤ ਨਿੱਜੀ ਮਿੱਤਰ ਹੈ ਬਾਈ ਅਸੀਂ ਇਕੱਠੇ ਪੜ੍ਹੇ ਆ ਕਾਲਜ ਚ ਪੜ੍ਹੇ ਹਾਂਜੀ ਬਾਈ ਅਸੀਂ ਲਾਂਡਰਾ ਇਕੱਠੇ ਪੜ੍ਹੇ ਆ ਐਮੀ ਮੇਰਾ ਬਹੁਤ ਪਿਆਰਾ ਵੀਰ ਹੈ ਉਹਦੇ ਨਾਲ ਜਾਂ ਕਣਵਰ ਬਾਈ ਹੋਰੀ ਮਨਕਿਰਤ ਹੋ ਗਿਆ ਜਾਂ ਮੈਂ ਸਾਰੇ ਮੇਰੇ ਭਰਾ ਹੈ ਔਰ ਵੱਡਿਆਂ ਦੀ ਗੱਲ ਕਰੀਏ ਤਾਂ ਮਾਨ ਸਾਹਿਬ ਹੋ ਗਏ ਗੱਲਬਾਤ ਵੀ ਆਪਾਂ ਜਦ ਕਰ ਰਹੇ ਤੁਸੀਂ ਦੱਸ ਰਹੇ ਸੀਗੇ ਕਿ ਕਿਹੋ ਜਿਹਾ ਉਹਨਾਂ ਦੇ ਦਿਲ 'ਚ ਵੀ ਇਮੋਸ਼ਨਸ ਉਹਨਾਂ ਦੇ ਵੀ ਹੈਗੇ ਬਤੌਰ ਸਿੰਗਰ ਨਹੀਂ ਬਤੌਰ ਪੰਜਾਬੀ ਬਤੌਰ ਕਿਸਾਨ ਫੈਮਿਲੀ ਦੇ ਕਿਉਂਕਿ ਉਹ ਕਹਿੰਦੇ ਜੇ ਅਸੀਂ ਖਾਲੇ ਵੀ ਲਾਉਂਦੇ ਤਾਂ ਉਹ ਵੀ ਉੱਤੇ ਕਿਸਾਨਾਂ ਦੇ ਲਾਏ ਬਿਲਕੁਲ ਬਾਈ ਬਿਲਕੁਲ ਕਿਉਂਕਿ ਜਿਹੜਾ ਕਿਸਾਨ ਹੈ ਜਦੋਂ ਖੁਸ਼ ਹੁੰਦਾ ਹੈ ਤਾਂ ਵਿਆਹ ਸ਼ਾਦੀਆਂ ਦੇ ਸਮਾਗਮ ਬਰਥਡੇ ਜਾਂ ਹੋਰ ਕੋਈ ਵੀ ਸੈਲੀਬ੍ਰੇਸ਼ਨਸ ਹੈ ਉਹਨਾਂ ਉੱਤੇ ਅਖਾੜਾ ਲਵਾਉਣਾ ਕਹਿ ਲਓ ਵੀ ਇਹ ਇੱਕ ਪੰਜਾਬ ਦੀ ਇੱਕ ਰੀਤ ਹੈ ਔਰ ਉਹਨਾਂ ਅਖਾੜਿਆਂ ਦੇ ਵਿੱਚ ਇਹ ਕਲਾਕਾਰ ਜਾ ਕੇ ਗਾਉਂਦੇ ਨੇ ਲੋਕਾਂ ਦੀਆਂ ਖੁਸ਼ੀਆਂ ਦੇ ਵਿੱਚ ਲੋਕਾਂ ਦੀਆਂ ਖੁਸ਼ੀਆਂ ਨੂੰ ਦੂਨ ਸਵਾਇਆ ਕਰਦੇ ਨੇ ਤਾਂ ਅੱਜ ਤੁਹਾਡੇ ਨਿੱਜੀ ਮਿੱਤਰ ਜਿਵੇਂ ਤੁਸੀਂ ਦੱਸ ਰਹੇ ਹੋ ਮੇਰੀ ਗੱਲ ਤੁਹਾਡੇ ਕਾਲਜ ਦੇ ਨਾਲ ਇਕੱਠੇ ਰਹੇ ਨੇ ਰੂਮਮੇਟ ਰਹੇ ਨੇ ਤੁਸੀਂ ਸ਼ਾਇਦ ਨਾ ਜ਼ਿਕਰ ਕਰੋ ਬਟ ਕੀ ਕਹਿੰਦੇ ਕੀ ਨੇ ਉਹ ਦੇਖੋ ਬਾਈ ਚਲੋ ਮੈਂ ਗੱਲ ਕਰਦਾ ਮਹਾਰਾਜ ਨੇ ਮੈਨੂੰ ਮੌਕਾ ਦਿੱਤਾ ਅਸੀਂ ਲਾਂਡਰਾ ਪੜ੍ਹੇ ਇਕੱਠੇ ਹਨਾ ਮੈਂ ਐਮੀ ਹਰਫ ਚੀਮਾ ਹੋ ਗਿਆ ਦੀਪ ਬਾਈ ਲੰਡੀ ਜੀਪ ਵਾਲਾ ਹਨਾ ਯਾਰ ਅਨਮੁੱਲੇ ਤੋਂ ਮਹਾਰਾਜ ਨੇ ਮੌਕਾ ਦਿੱਤਾ ਸਾਨੂੰ ਅਸੀਂ ਚਲੋ ਇਕੱਠੇ ਪੜ੍ਹੇ ਬੇਲੀ ਮਿੱਤਰ ਹੈ ਤਾਂ ਅਸੀਂ ਨਿੱਜੀ ਤੌਰ ਤੇ ਹਰ 10ਵੇਂ 12ਵੇਂ ਦਿਨ ਜਦੋਂ ਵੀ ਮੇਰੀ ਉਹਨਾਂ ਨਾਲ ਗੱਲ ਹੁੰਦੀ ਸੀ ਤਾਂ ਚਾਹੇ ਐਮੀ ਆਪਦੀਆਂ ਫਿਲਮਾਂ ਛੱਡ ਕੇ ਪਹੁੰਚਦਾ ਰਿਹਾ ਬਾਵੇ ਹੋਰਾਂ ਦੇ ਗਾਣੇ ਬਾਈ ਜਿਹਦੇ ਵਿੱਚ ਮਹਾਰਾਣੀ ਜਿੰਦਾ ਹੋਰਾਂ ਦਾ ਜ਼ਿਕਰ ਜਾਂ ਬਾਈ ਗਿੱਲ ਰੌਂਤਾ ਉਹ ਵੀ ਕੈਨੇਡਾ ਤੋਂ ਪਹੁੰਚਿਆ ਪਿਛਲੇ ਦਿਨੀ ਬਹੁਤ ਛੋਟੀ ਉਮਰ ਹੈ ਉਹਦੀ ਜਾਂ ਰਾਣੀ ਤੱਤ ਵਾਲਾ ਸਾਡਾ ਪਿਆਰਾ ਵੀਰ ਹੈ ਹਰਮਨਜੀਤ ਹਨਾ ਉਹਨਾਂ ਨੇ ਸਾਹਿਤ ਅਕੈਡਮੀ ਵਾਲੇ ਜਿਹੜੇ ਅਵਾਰਡ ਰਾਣੀ ਤੱਤ ਨੂੰ ਦਿੱਲੀ ਤੋਂ ਮਿਲੇ ਉਹ ਵਾਪਸ ਕਰਤੇ ਰੋਸ ਵਜੋਂ ਹਰਭਜਨ ਮਾਨ ਸਾਹਿਬ ਹੈ ਉਹਨਾਂ ਨੂੰ ਜਿਵੇਂ ਅਵਾਰਡ ਦਿੱਤਾ ਗਿਆ ਸੀਗਾ ਪਿਛਲੇ ਦਿਨਾਂ 'ਚ ਪਰ ਉਹਨਾਂ ਨੇ ਰੋਸ ਵਜੋਂ ਉਹ ਐਕਸੈਪਟ ਨਹੀਂ ਕੀਤਾ ਡਾਕਟਰ ਸਰਜੀਤ ਪਾਤਰ ਨੇ ਬਈ ਉਹਨਾਂ ਨੇ ਆਪਦੇ ਅਵਾਰਡ ਵਾਪਸ ਕਰਤੇ ਤਾਂ ਇਹਨਾਂ ਰੂਹਾਂ ਕਰਕੇ ਤੁਸੀਂ ਲਾ ਲਓ ਵੀ 26-27 ਸਾਲ ਤੋਂ ਲੈ ਕੇ ਜੇ 70 ਸਾਲ ਦੀ ਉਮਰ ਦੇ ਐਗਜ਼ਾਮਪਲ ਨੇ ਸਾਰੇ ਜਿਹੜੇ ਲੋਕ ਹੈ ਜਾਂ ਹਰਫ ਹੋਰੀ ਹੈ ਹਰ ਰੋਜ਼ ਨਵਾਂ ਗੀਤ ਇਹ ਰਿਕਾਰਡ ਕਰਦੇ ਨੇ ਹਰ ਕਲਾਕਾਰ ਇੱਥੇ ਬੱਬੂ ਮਾਨ ਬਾਈ ਦੀ ਮੈਂ ਕੱਲ ਸੁਣਦਾ ਸੀ ਉਹ ਕਹਿੰਦੇ ਵੀ ਅੱਜ ਲੋਕ ਜੇ ਸੁਣ ਰਹੇ ਆ ਹੁਣ ਤੁਸੀਂ ਵੇਖੋ ਬਾਈ ਵੀ ਪਹਿਲਾਂ ਬਦਨਾਮ ਕੀਤਾ ਸੀਗਾ ਸਾਨੂੰ ਨਸ਼ਿਆਂ ਦੇ ਹਿਸਾਬ ਨਾਲ ਤਾਂ ਮੈਂ ਸਮਝਦਾ ਵੀ ਜਿੰਨਾ ਕੁ ਸੋਸ਼ਲ ਸਰਕਲ ਸਾਡਾ ਰਿਹਾ ਮੇਰੇ ਜੇ ਨਿੱਜੀ ਮਿੱਤਰਾਂ ਦੀ ਗੱਲ ਕਰੀਏ ਬਾਈ ਤਾਂ ਉਹਨਾਂ ਵਿੱਚੋਂ ਮੈਨੂੰ ਨਹੀਂ ਲੱਗਦਾ ਵੀ ਕੋਈ ਸਿੰਥੈਟਿਕ ਨਸ਼ਾ ਜਾਂ ਚਿੱਟੇ ਵਗੈਰਾ ਦੀ ਵਰਤੋਂ ਕਰਦਾ ਸੀ ਸੇਮ ਵੇ ਮੈਂ ਸਮਝਦਾ ਬਾਈ ਤੁਸੀਂ ਰੋਜ਼ ਹਰ ਰੋਜ਼ ਕਿੰਨੇ ਥਾਵਾਂ ਤੇ ਵਿਚਰਦੇ ਆ ਤੁਸੀਂ ਆਪਦੇ ਸਰਕਲ 'ਚ ਨਿਗਾਹ ਮਾਰ ਲਓ ਮੈਨੂੰ ਨਹੀਂ ਲੱਗਦਾ ਵੀ ਕੋਈ ਬੰਦਾ ਇਹੋ ਜਿਹਾ ਤੁਹਾਨੂੰ ਮਿਲੂ ਤੁਹਾਡੇ ਸਰਕਲ 'ਚੋਂ ਇਹ ਸਿਰਫ ਇੱਕ ਕੋਝੀ ਸਾਜ਼ਿਸ਼ਾਂ ਦੇ ਤਹਿਤ ਪੰਜਾਬ ਨੂੰ ਬਦਨਾਮ ਕੀਤਾ ਸੀਗਾ ਬਾਈ ਔਰ ਅੱਜ ਉਹ ਪ੍ਰਤੱਖ ਰੂਪ ਦੇ ਵਿੱਚ ਸੱਚਾਈ ਸਾਹਮਣੇ ਆ ਗਈ ਕੋਈ ਨਸ਼ੇੜੀ ਨਹੀਂ ਬੰਦਾ ਯੋਧਿਆਂ ਵਾਲੀਆਂ ਵਾਰਾਂ ਚੰਗੇ ਗੀਤ ਜਿਹੜੇ ਮੋਟੀਵੇਸ਼ਨਲ ਗੀਤ ਨੇ ਉਹ ਸਾਡੇ ਨੌਜਵਾਨ ਵੀਰ ਇੱਥੇ ਰਲਾ ਕੇ ਟਰੈਕਟਰਾਂ ਟਰਾਲੀਆਂ ਤੇ ਘੁੰਮ ਰਹੇ ਨੇ ਬਾਈ ਕਲਾਕਾਰ ਇਹ ਵੀ ਕਹਿੰਦੇ ਕਿ ਸੁਸਾਇਟੀ ਦੇ ਹੁਣ ਜਿਵੇਂ ਗਤੀਵਿਧੀਆਂ ਬਦਲੀਆਂ ਅਸੀਂ ਗਾਣੇ ਵੀ ਬਦਲ ਲਏ ਔਰ ਉਹ ਚੇਂਜ ਵੀ ਆਇਆ ਹੈ
ਉਹ ਚੇਂਜ ਵੀ ਹੁਣ ਨੌਜਵਾਨ ਇੱਥੇ ਦੇਖੋ ਭਗਤ ਸਿੰਘ ਦੀ ਕਿਤਾਬਾਂ ਦੀ ਲਾਇਬ੍ਰੇਰੀ ਬਣਾਤੀ ਹੈ ਨਾ, ਕਿਤਾਬ ਜਿਹੜੇ ਗਾਣੇ ਆ ਉਹ ਵੀ ਜ਼ਮੀਨ ਔਰ ਖੇਤੀ ਤੇ ਰਿਲੇਟਡ ਹੋ ਗਏ, ਤਾਂ ਉਹੀ ਕਲਾਕਾਰ ਆ ਕੇ ਸਮਰਥਨ ਵੀ ਦੇ ਰਹੇ ਨੇ। ਔਰ ਤੁਸੀਂ ਹਰਭਜਨ ਉਹਨਾਂ ਦਾ ਜ਼ਿਕਰ ਕੀਤਾ, ਹਾਲਾਂਕਿ ਤੁਸੀਂ ਇਹਨਾਂ ਨੂੰ ਨੇੜੇ ਤੋਂ ਜਾਣਦੇ ਹੋ, ਹੋਰ ਕੀ ਕਹਿਣਾ? ਬਾਈ ਦੇਖੋ ਵੀ ਜਿਹੜੇ ਕਲਾਕਾਰ ਨੇ, ਚਾਹੇ ਉਹ ਛੋਟੀ ਉਮਰ ਤੋਂ ਲੈ ਕੇ ਵੱਡੀ ਉਮਰ ਦੇ ਨੇ, ਅਖੀਰ ਨੂੰ ਮੋਸਟ ਆਫ them ਉਹ ਕਿਸਾਨ ਪਰਿਵਾਰਾਂ ਨੂੰ ਬਿਲੋਂਗ ਕਰਦੇ ਨੇ, ਔਰ ਜਿਹੜਾ ਕਿਸਾਨੀ ਦਾ ਦਰਦ ਹੈ ਉਹਨੂੰ ਮੂਲ ਰੂਪ ਦੇ ਵਿੱਚ ਪਛਾਣਦੇ ਨੇ। ਗਰਾਊਂਡ ਲੈਵਲ ਤੇ ਕੀ ਸਾਨੂੰ ਔਕੜਾਂ ਆਉਂਦੀਆਂ, ਕਿਵੇਂ ਅਸੀਂ ਮਿਹਨਤ ਮਸ਼ੱਕਤ ਕਰਦੇ ਹਾਂ। ਗੁਰੂ ਨਾਨਕ ਸਾਹਿਬ ਨੇ ਜਿਵੇਂ ਕਿਹਾ ਵੀ ਨਾਮ ਜਪੋ ਵੰਡ ਛਕੋ ਕਿਰਤ ਕਰੋ, ਉਹ ਕਿਰਤੀ ਕਾਮੇ ਨੇ। ਕਲਾਕਾਰਾਂ ਦਾ ਇਸ ਪ੍ਰੋਟੈਸਟ ਦੇ ਵਿੱਚ ਡੇ 1 ਤੋਂ ਸਾਨੂੰ ਸਾਥ ਮਿਲ ਰਿਹਾ ਹੈ। ਬਾਅਦ ਦੇ ਵਿੱਚ ਚਾਹੇ ਸਾਡਾ ਨੌਜਵਾਨ ਵਰਗ ਇਹਨਾਂ ਧਰਨਿਆਂ 'ਚ ਆ ਕੇ ਬੁੱਧੀਜੀਵੀਆਂ ਨੂੰ ਜਾਂ ਕਿਸਾਨ ਜਥੇਬੰਦੀਆਂ ਦੇ ਸਾਡੇ ਸਤਿਕਾਰਯੋਗ ਲੀਡਰਾਂ ਨੂੰ ਸੁਣ ਕੇ ਇਤਿਹਾਸ ਬਾਰੇ ਪੜ੍ਹਦਾ ਰਿਹਾ, ਇਹਨਾਂ ਬਿੱਲਾਂ ਬਾਰੇ ਪੜ੍ਹਦਾ ਰਿਹਾ, ਉਹਨੂੰ ਜ਼ਰੂਰ ਸਮਝ ਆਈ ਹੈ। ਪਰ ਜੇ ਮੈਂ ਸਮਝਦਾ, ਹੋ ਸਕਦਾ ਮੈਂ ਗਲਤ ਹੋਵਾਂ, ਪਰ ਮੇਰੀ ਸਮਝ ਮੁਤਾਬਕ ਕਲਾਕਾਰ ਕਿਉਂਕਿ ਅਟਰੈਕਟ ਕਰਦੇ ਨੇ, ਮੈਗਨੈਟਿਕ ਅਟਰੈਕਸ਼ਨ ਹੁੰਦੀ ਹੈ ਚੁੰਬਕ ਵਾਲੀ ਸਾਨੂੰ, ਕਿਉਂਕਿ ਅਸੀਂ ਉਹਨਾਂ ਨੂੰ ਫਾਲੋ ਕਰਦੇ ਹਾਂ, ਉਹਨਾਂ ਦੇ ਸਟਾਈਲ ਨੂੰ ਫਾਲੋ ਕਰਦੇ ਹਾਂ। ਜਿਵੇਂ ਤੁਸੀਂ ਦੱਸਦੇ ਆ ਬਾਈ ਜੈਜ਼ੀ ਹੋਰੀ ਆਏ ਜਾਂ ਕੈਨੇਡਾ ਤੋਂ ਗਿੱਪੀ ਹੋਰੀ ਆਏ, ਜੈਜ਼ੀ ਹੋਰਾਂ ਨਾਲ ਉੱਥੇ ਵੀ ਅਸੀਂ ਇਕੱਠੇ ਸੀਗੇ। ਬਾਈ ਨੇ ਟਵਿੱਟਰ ਤੇ, ਮੈਂ ਸਮਝਦਾ ਵੀ ਦਲਜੀਤ ਬਾਈ ਹੋਰਾਂ ਨੂੰ ਜਾਂ ਜੈਜ਼ੀ ਹੋਰੀ ਇਹ ਮੁੱਢਲੇ ਕਲਾਕਾਰ ਸੀ ਜਿਨ੍ਹਾਂ ਨੇ ਟਵਿੱਟਰ ਤੇ ਕਹਿ ਲਓ ਵੀ ਇਸ ਅੰਦੋਲਨ ਨੂੰ ਬੜੇ ਹਾਈ ਲੈਵਲ ਤੇ ਲੈ ਕੇ ਗਏ। ਤਾਂ ਨੌਜਵਾਨ ਪਹਿਲਾਂ ਕਲਾਕਾਰਾਂ ਕਰਕੇ ਜੁੜਿਆ, ਬਾਅਦ 'ਚ ਉਹ ਜ਼ਰੂਰ ਇਸ ਗੱਲ ਨੂੰ ਸਮਝਦੇ ਆ, ਕਿਉਂਕਿ ਕਲਾਕਾਰ ਖੁਦ ਸਮਝਦੇ ਆ ਕਿ ਅਸੀਂ ਕਲਾਕਾਰ ਬਣ ਕੇ ਨਹੀਂ, ਭਰਾ ਬਣ ਕੇ ਆਏ। ਤਹਿ ਦਿਲ ਤੋਂ ਧੰਨਵਾਦ ਜਿਹੜਾ ਇਸ ਮੁਹਿੰਮ ਦੇ ਵਿੱਚ ਜੁੜੇ, ਹੱਲਾਸ਼ੇਰੀ ਦਿੱਤੀ। ਹੁਣ ਕੱਲ ਬਾਈ ਤੁਸੀਂ ਇੱਥੇ ਵੇਖੋ ਟਿੱਕਰੀ ਬਾਰਡਰ ਆਈ ਸੀ, ਹਜੇ ਮੈਂ ਸਿੰਘੂ ਬਾਰਡਰ ਨਹੀਂ ਗਿਆ, ਮਹਾਰਾਜ ਮੌਕਾ ਦੇਣ ਮੈਂ ਉੱਥੇ ਵੀ ਜਾ ਕੇ ਆਉਂਗਾ। ਕੱਲ ਇੱਥੇ ਸਫਾਈ ਪ੍ਰਦਰਸ਼ਨ ਕੀਤਾ, ਚਾਹੇ ਰਾਜਵੀਰ ਜਵੰਦਾ ਵੀਰਾ ਆਇਆ, ਹਰਫੋਰੀ ਵੀ ਆਏ, ਖਾਲਸਾ ਏਡ ਵਿੱਚ ਸਾਡੇ ਪੁਰਾਣੇ ਮਿੱਤਰ ਹੈ, ਕੱਲ ਮੈਨੂੰ ਉਹ ਮਿਲੇ ਹੈ ਨਾ, ਤਾਂ ਯੂਨੀਵਰਸਿਟੀ ਅਸੀਂ ਇਕੱਠੇ ਪੜ੍ਹਦੇ ਹੁੰਦੇ ਸੀਗੇ, ਵਿੱਚੋਂ ਬਹੁਤ ਸਾਰੇ ਮਿੱਤਰ ਨੇ। ਬਾਈ ਰੂਹ ਖੁਸ਼ ਹੋ ਗਈ, ਔਰ ਕੈਨੇਡਾ ਤੋਂ ਆ ਕੇ ਬਾਈ ਰੂਹ ਐਸੀ ਖੁਸ਼ ਹੋਈ ਵੀ ਮੈਂ ਉਹਨਾਂ ਨੂੰ ਕਿਹਾ ਮੈਂ ਲਿਆਉਣੀ ਨਹੀਂ ਚਾਹੀਦੀ ਬਾਈ, ਜਨ ਪ੍ਰੇਮ ਕਿਉ ਤਿਨ ਹੀ ਪ੍ਰਪ ਆਇਓ ਹੈ ਨਾ, ਇਹ ਸੋਇਲ ਆਪਣਾ ਸਵਈਏ ਦੇ ਵਿੱਚ ਹੈ ਗੁਰੂ ਗੋਬਿੰਦ ਸਿੰਘ ਦੀ ਬਾਣੀ। ਪ੍ਰੇਮ ਦਾ ਮਤਲਬ ਮੈਂ ਸਮਝਦਾ ਬਾਈ ਪਰੇ ਮੈਂ, 2 ਅੱਖਰਾਂ ਤੋਂ ਬਣਿਆ, ਜਦੋਂ ਮੈਂ ਪਰੇ ਹੋ ਗਈ ਬਾਈ ਨਿਰਸਵਾਰਥ ਸੇਵਾ ਲੋਕ ਕਰ ਰਹੇ ਆ। ਤਾਂ ਤੁਸੀਂ ਦੱਸੋ ਵੀ ਮੈਨੂੰ ਤਾਂ ਇਹ ਗੱਲ ਦੀ ਹੈਰਾਨੀ ਹੈ ਵੀ ਅੱਜ ਦਿੱਲੀ ਜੇ ਇੱਥੇ ਬੈਠੇ ਨਾ ਬਾਈ, ਜਿੰਨੀ ਕੁ ਮੈਨੂੰ ਪਤਾ ਲੱਗੀ ਜਾਣਕਾਰੀ ਮੁਤਾਬਕ ਵੀ ਇਹ ਬਾਰਡਰ ਤਿੱਕਰੀ ਵਾਲਾ ਪਹਿਲਾਂ ਭੰਨਤਾ ਸੀ, ਭੰਨ ਕੇ ਇੱਕ ਵਾਰੀ ਦਿਖਾਤਾ ਵੀ ਅਸੀਂ ਇੰਨਾ ਕੁ ਕਰ ਸਕਦੇ ਹਾਂ, ਫਿਰ ਇੱਥੇ ਬੈਠੇ ਆ, ਕਿਸੇ ਦੇ ਰੋਕ ਕੇ ਨਹੀਂ ਬੈਠੇ। ਤੇ ਬਈ ਇਹ ਬਜ਼ੁਰਗ ਤੁਸੀਂ ਵੇਖੋ, ਹੁਣ ਦੱਸੋ ਬਾਈ ਵੀ ਇਹ ਦੇਣ ਦੇ ਸਕਦੇ ਆ ਤੁਸੀਂ? ਕੋਈ ਤੁਸੀਂ ਦੱਸੋ ਵੀ ਇਹ ਜਜ਼ਬਾਤ ਨਹੀਂ, ਇਹ ਦ੍ਰਿੜ ਇਰਾਦੇ ਨਹੀਂ, ਸੱਚੇ ਪਾਤਸ਼ਾਹ ਆਪ ਆਪਦੀ ਕਲਾ ਜਿਹੜੀ ਹੈ ਉਹਦਾ ਪ੍ਰਤੱਖ ਰੂਪ ਦੇ ਵਿੱਚ ਸੱਚੇ ਪਾਤਸ਼ਾਹ ਆਪ ਆਏ ਬੈਠੇ ਨੇ। ਅਰਦਾਸ ਹੁੰਦੀ ਹੈ ਬਾਈ, ਮੈਂ ਖੁਦ ਕਰਦਾ ਵੀ ਸ਼ਹੀਦ ਸਿੰਘਾਂ ਦਾ ਪਹਿਰਾ ਲੱਗਿਆ ਹੋਇਆ ਬਾਈ ਇੱਥੇ। ਪਿੰਡ ਗੱਲਬਾਤ ਹੁੰਦੀ ਹੈ ਇੱਥੇ, ਜਿਹੜਾ ਪਿੰਡ ਹੈ ਤੁਸੀਂ ਬਠਿੰਡੇ ਜ਼ਿਲ੍ਹੇ 'ਚ ਮੁਕਤਸਰ ਦੇ ਤੁਸੀਂ ਹੋ, ਹਾਂ, ਤੇ ਸ਼੍ਰੀ ਮੁਕਤਸਰ ਸਾਹਿਬ ਉੱਥੇ ਗੱਲ ਹੁੰਦੀ ਹੈ ਪਿੰਡ ਘਰ ਕੌਣ ਕੌਣ ਹੈ, ਉਹ ਕਿਆ ਗੱਲਾਂ ਬਾਤਾਂ ਕਰਦੇ ਨੇ, ਉਹਨਾਂ ਨੇ ਕਿਆ ਗੱਲਬਾਤ? ਹਾਂਜੀ, ਮੇਰੇ ਪਰਿਵਾਰ ਦੇ ਵਿੱਚ ਮੇਰੇ ਪੇਰੈਂਟਸ ਮੰਮਾ ਡੈਡੀ ਔਰ ਮੇਰੇ ਚਾਚਾ ਚਾਚੀ ਜੀ ਤੇ ਮੇਰੇ ਦਾਦਾ ਜੀ, ਉਹ ਜਿਉਂਦੇ ਆ ਹੈ ਨਾ, 85 ਸਾਲ ਦੀ ਤੱਕ ਲੋ ਉਮਰ ਉਹਨਾਂ ਦੀ। ਮੇਰੇ ਨਾਨਾ ਜੀ ਨੇ, ਉਹ ਵੀ ਇੱਥੇ ਆਉਣ ਨੂੰ ਕਹਿੰਦੇ ਤੁਸੀਂ ਦੱਸ? ਹਾਂਜੀ, ਉਹ ਬਿਲਕੁਲ ਉਹ ਵੀ ਆ ਰਹੇ ਨੇ, ਔਰ ਉਹਨਾਂ ਨਾਲ ਗੱਲ ਹੁੰਦੀ ਹੈ। ਤੇ ਕਹਿ ਲਓ ਵੀ ਜ਼ਿੰਦਗੀ ਦੇ ਵਿੱਚ ਬਈ ਇਹ ਇਤਿਹਾਸ ਐਂ ਨਹੀਂ ਵੀ ਲਿਖਿਆ ਜਾ ਰਿਹਾ ਹੈ, ਮੈਂ ਸਮਝਦਾ ਵੀ ਆਲਰੇਡੀ ਲਿਖਿਆ ਗਿਆ, ਔਰ ਸੁਨਹਿਰੀ ਅੱਖਰਾਂ 'ਚ ਸ਼ਾਇਦ ਅਖੀਰਲੀ ਕਤਾਰ 'ਚ ਸਾਡਾ ਵੀ ਕਿਤੇ ਜ਼ਿਕਰ ਆਊਗਾ। ਵੀ ਮੈਨੂੰ ਕਹਿ ਲਓ ਵੀ ਜ਼ਿੰਦਗੀ ਮਹਾਰਾਜ ਜਿੰਨੀ ਮਰਜ਼ੀ ਉਮਰ ਦੇ ਦੇ, ਮੈਨੂੰ ਲੱਗਦਾ ਵੀ ਰਿਪੈਂਟ ਨਹੀਂ ਕਰੂੰਗਾ ਮੈਂ ਆਪਦੀ ਲਾਈਫ ਦੇ ਵਿੱਚ, ਮੇਰਾ ਜੀਵਨ ਸਫਲਾ ਹੋ ਗਿਆ। ਕਿਉਂਕਿ ਘਰਦਿਆਂ ਨਾਲ ਵੀ ਗੱਲ ਹੁੰਦੀ ਹੈ, ਘਰ ਦੇ ਸਾਨੂੰ, ਮੈਂ ਉਹਨਾਂ ਨੂੰ ਕਿਹਾ ਬਾਈ, ਮੈਂ ਕਿਹਾ ਮੈਂ ਪਿੰਡ ਦਾ ਹਫਤਾ ਕੀ ਆਊਂਗਾ, ਉਹ ਵੀ ਸਾਡੇ ਭਤੀਜੀ ਹੋਈ ਆ ਬਾਈ, ਉਹਦਾ ਜਨਮ ਦਿਨ ਹੈ, ਲੋਹੜੀ ਵਾਲੇ ਦਿਨ ਪਿਛਲੇ ਸਾਲ ਉਹਦਾ ਜਨਮ ਹੋਇਆ, ਮੈਂ ਪਹਿਲੀ ਵਾਰੀ ਉਹਨੂੰ ਮਿਲਣਾ ਰਾਗਮੀਤ। ਔਰ 5ਵੀਂ ਪੀੜ੍ਹੀ ਆ ਗਈ ਬਾਈ, ਸਾਡੇ ਘਰੇ ਕੁੜੀ ਹੈ ਨਹੀਂ ਸੀਗੀ, ਕੁਦਰਤੀ ਤੌਰ ਜਨਮ ਨਹੀਂ ਹੋਇਆ ਸੀ, ਅੱਜ ਉਹਦੀ ਮਤਲਬ ਜਨਮ ਹੋਇਆ ਉਹ ਰਾਗਮੀਤ ਦਾ, ਉਹਨੂੰ ਮਿਲਣਾ ਬਾਈ। ਉਸ ਗੱਲ ਲਈ ਮੈਂ ਐਕਸਾਈਟਡ ਹੈ, ਉਹਨੂੰ ਮਿਲਣ ਮੈਂ ਜ਼ਰੂਰ ਪਿੰਡ। ਉਸ ਤੋਂ ਪਹਿਲਾਂ ਤੁਸੀਂ ਦਿੱਲੀ ਆ ਗਏ? ਪਹਿਲਾਂ ਬਾਈ ਮੈਂ ਕਹਿਤਾ ਘਰਦਿਆਂ ਨੂੰ, ਅੱਜ ਮੇਰੇ ਮਾਮੀ ਜੀ ਹੋਰਾਂ ਨਾਲ ਗੱਲ ਹੋਈ, ਮੇਰੇ ਮਾਮਾ ਜੀ ਹੋਰੀ ਅੱਜ ਆ ਰਹੇ, ਉਹ ਕਹਿੰਦੇ ਵੀ ਸਾਡਾ ਵੀ ਜੀ ਕਰਦਾ ਵੀ ਅਸੀਂ ਵੀ ਆਈਏ। ਮੈਂ ਕਿਹਾ ਵੀ ਅਗਲਾ ਕਿਹੜਾ ਮਾਮੀ ਤੁਸੀਂ ਵੀ ਆ ਕੇ, ਮੰਮਾ ਹੋਰੀ ਆਉਣਗੇ ਵੀ ਤੁਸੀਂ ਦੇਖਿਓ। ਅੱਛਾ, ਤੁਸੀਂ ਜਿਵੇਂ ਬਾਹਰ ਹੋ, ਕਈਆਂ ਨਾਲ ਇਹ ਵੀ ਗੱਲ ਹੋਈ ਜਿਵੇਂ ਉੱਥੇ ਤਾਂ ਮਾਡਰਨ ਡੈਮੋਕ੍ਰੇਸੀ ਹੈ, ਰੈਫਰੈਂਡਮ ਦੀ ਗੱਲ ਹੁੰਦੀ ਹੈ, ਉੱਥੇ ਤਾਂ ਉਹਨਾਂ ਦੇ ਕਨਸਟੀਟਿਊਸ਼ਨ 'ਚ ਹੀ ਹੈਗਾ ਇਹ ਰੈਫਰੈਂਡਮ ਚੀਜ਼ਾਂ ਹੈਗਾ, ਉਹਨਾਂ ਨੂੰ ਅਸੀਂ ਚੈੱਕ ਆਊਟ ਕਰੀਏ ਨਾ ਕਰੀਏ, ਲੇਕਿਨ ਹੱਲ ਕਿਵੇਂ ਕੀਤਾ ਜਾ ਸਕਦਾ ਹੈ?
ਕਿਉਂਕਿ ਤੁਸੀਂ ਤਾਂ ਮਾਡਰਨ ਡੈਮੋਕ੍ਰੇਸੀ ਦਾ ਵੀ ਪਾਰਟ ਉੱਤੇ ਹੋ, ਇੱਥੇ ਪੰਜਾਬ ਦੀ ਚੀਜ਼ਾਂ ਨੂੰ ਪ੍ਰੋਫੈਸਰ ਤੁਸੀਂ ਯੂਨੀਵਰਸਿਟੀ 'ਚ ਖੁਦ ਰਹੇ ਹੋ, ਤਾਂ ਇਨ ਚੀਜ਼ਾਂ ਨੂੰ ਦੇਖਦੇ ਹੋਏ ਹੱਲ ਕੀ ਤੁਹਾਡੇ ਹਿਸਾਬ ਤੇ ਬਣਦਾ ਹੈ? ਭਾਈ ਵੀ ਇੰਡੀਆ ਨੂੰ ਜੇ ਲੋਕ ਜਾਣਦੇ ਆ ਨਾ ਲਾਰਜੈਸਟ ਡੈਮੋਕ੍ਰੈਟਿਕ ਕੰਟਰੀ ਹੈ, ਉਹਦਾ ਅੱਜ ਘਾਣ ਹੋ ਰਿਹਾ ਬਈ। ਬਾਹਰ ਹੁਣ ਪ੍ਰੋਟੈਸਟ ਹੁੰਦੇ ਆ ਬਈ, ਪੁਲਿਸ ਹੈ ਜਾਂ ਜਿਹੜੀ ਐਡਮਿਨਿਸਟ੍ਰੇਸ਼ਨ ਹੈ ਉਹ ਸਾਥ ਦਿੰਦੀ ਹੈ। ਕਿਉਂ ਦਿੰਦੀ ਹੈ ਸਾਥ? ਕਿਉਂਕਿ ਉੱਥੋਂ ਦੀਆਂ ਸਰਕਾਰਾਂ ਨੂੰ ਪਤਾ ਹੈ ਵੀ ਇੱਕ ਬੰਦੇ ਦਾ ਅਧਿਕਾਰ ਕੀ ਹੈ। ਜਿਹੜਾ ਪ੍ਰੋਟੈਸਟ ਕਰਨਾ ਹੈ ਉਹ ਸਾਡਾ ਅਧਿਕਾਰ ਹੈ। ਇੰਡੀਆ ਦਾ ਜਿਹੜਾ ਸੰਵਿਧਾਨ ਸੀਗਾ ਬਈ, ਉਹ ਬੜੀਆਂ ਕੰਟਰੀਆਂ ਨੂੰ ਮਿਲਾ ਕੇ ਕਹਿ ਲਓ ਵੀ ਇਕੱਠਾ ਕਰਕੇ ਕੋਲੈਬੋਰੇਟ ਕਰਕੇ ਬਣਾਇਆ ਗਿਆ ਸੀਗਾ। ਔਰ ਕਈ ਦੇਸ਼ ਇਹੋ ਜਿਹੇ ਨੇ ਬਾਈ ਵੀ ਜਿਵੇਂ, ਚਲੋ ਮੈਂ ਬਾਈ ਦਾ ਵੀ ਜ਼ਿਕਰ ਜ਼ਰੂਰ ਕਰੂੰਗਾ, ਦੀਪ ਸਿੱਧੂ, ਪਿੰਡ ਬਾਈ ਦਾ ਉਹਦੇ ਕਰਨਾ। ਮੇਰੀ ਰਾਤ ਵੀ ਬਾਈ ਨਾਲ ਗੱਲ ਹੋਈ, ਬਾਈ ਬੰਬੇ ਸੀਗੇ, ਉਹਨਾਂ ਨੂੰ ਮਿਲੂੰਗਾ ਮੈਂ ਵੀ ਜਾ ਕੇ। ਉਹ ਬਾਈ ਦਾ ਜਿਵੇਂ ਐਡਵੋਕੇਟ ਨੇ, ਉਹਨਾਂ ਨੇ ਤਾਂ ਪੜ੍ਹਾਈ ਕਹਿ ਲਓ ਵੀ ਇਹ ਹੈ। ਜਾਂ ਰਾਤ ਮੈਨੂੰ ਇੱਥੇ ਸਾਡੀ ਇੱਕ ਭੈਣ ਮਿਲੀ, ਪੰਜਾਬ ਯੂਨੀਵਰਸਿਟੀ ਦੇ ਵਿੱਚ ਲਾਅ ਦੀ ਸਟੂਡੈਂਟ ਹੈ, ਉਹ ਕਹਿੰਦੀ ਵੀਰੇ ਮੈਨੂੰ ਮੈਂ 26 ਤਰੀਕ ਦੀ ਇੱਥੇ ਆਈ ਵੀ ਹਾਂ, ਤੇ ਪਿੰਡ ਉਹਨਾਂ ਦਾ ਮੱਲਣ ਹੈ, ਮੁਕਤਸਰ ਸਾਹਿਬ ਦਾ ਹੀ ਜ਼ਿਲ੍ਹਾ ਚਲੋ। ਤੇ ਉਹ ਕਹਿੰਦੇ ਵੀ ਅਸੀਂ ਇਹ ਚੀਜ਼ਾਂ ਪੜ੍ਹਦੇ ਹਾਂ। ਅੱਜ ਮੈਂ ਸਮਝਦਾ ਵੀ ਜਿਹੜਾ ਇੰਟਰਨੈਸ਼ਨਲ ਪ੍ਰੈਸ਼ਰ ਹੈ ਉਹ ਫੈਡਰਲ ਗਵਰਨਮੈਂਟ ਤੇ ਹੈ, ਤਾਂ ਮੈਂ ਸਮਝਦਾ ਵੀ ਕਾਨੂੰਨ ਮੁਤਾਬਕ, ਸੰਵਿਧਾਨ ਮੁਤਾਬਕ ਜਦੋਂ ਸਾਡਾ ਹੱਕ ਹੈ ਪ੍ਰੋਟੈਸਟ ਕਰਨੀ, ਤਾਂ ਡੈਮੋਕ੍ਰੈਟਿਕ ਕੰਟਰੀ ਹੋਣ ਦੇ ਨਾਤੇ ਜੇ ਦੁਨੀਆ 'ਚ ਗਲੋਬ ਸਾਨੂੰ ਇੱਕ ਲਾਰਜੈਸਟ ਡੈਮੋਕ੍ਰੈਟਿਕ ਕੰਟਰੀ ਨਾਲ ਜਾਣਦਾ ਹੈ, ਤਾਂ ਅਸੀਂ ਤਾਂ ਐਗਜ਼ਾਮਪਲ ਸੈੱਟ ਕਰਨਾ ਉਹਨਾਂ ਲਈ। ਪਰ ਜਦੋਂ ਅਸੀਂ ਘਾਣ ਕਰ ਰਹੇ ਹਾਂ ਤਾਂ ਇਸ ਚੀਜ਼ ਨਾਲ ਸਾਡੇ ਤਾਂ ਜਿਹੜੇ ਦਿਲ ਸੀਨਿਆਂ 'ਚ ਸ਼ੇਕ ਹੁੰਦੇ ਆ ਤਾਂ ਹੁੰਦੇ ਹੀ ਆ ਬਾਈ। ਸਤਿੰਦਰ ਸਰਤਾਜ ਜਿਵੇਂ ਲਿਖਦੇ ਆ ਨਾ ਵੀ ਜਦੋਂ ਢੋਲ ਪਾੜ ਜਾਵੇ ਉਹਦਾ ਡੱਗਾ ਵੀ ਨਹੀਂ ਰਹਿੰਦਾ, ਤੇ ਜਿਹੜਾ ਪਿੱਛਾ ਭੁੱਲ ਜਾਵੇ ਉਹਦਾ ਅੱਗਾ ਵੀ ਨਹੀਂ ਰਹਿੰਦਾ। ਤੇ ਬਾਈ ਅਸੀਂ ਪਿੱਛੇ ਦੇ ਝਾਤ ਮਾਰੀਏ, ਜੇ ਅਸੀਂ ਸੰਵਿਧਾਨ ਉਦੋਂ ਦਾ ਲਿਖਿਆ ਤਾਂ ਅਸੀਂ ਉਹਦੇ ਮੁਤਾਬਕ ਸਾਨੂੰ ਹੱਕ ਹੈ ਇਹ ਪ੍ਰੋਟੈਸਟ ਕਰਨ ਦਾ। ਪਰ ਜਿਹੜਾ ਕੋਈ ਵੀ ਕਾਨੂੰਨ ਹੈ, ਕਿਉਂਕਿ ਇਹ ਲਾਅ ਹੈ ਜਿਹੜੇ, ਇਹ ਬਿਲਕੁਲ ਜਿਵੇਂ ਸਾਡੀ ਕਨਸਟੀਟਿਊਸ਼ਨ 'ਚ ਜਿੰਨਾ ਕੁ ਮੈਂ ਪੜ੍ਹ ਸਕਿਆ ਇਸ ਚੀਜ਼ ਬਾਰੇ, ਜਿੰਨੀ ਕੁ ਮੈਨੂੰ ਜਾਣਕਾਰੀ ਮਿਲੀ ਹੈ ਵੀ ਸਟੈਪ ਬਾਏ ਸਟੈਪ, ਜੋ ਸਟੈਪ ਥਰੂ ਇਹ ਚੀਜ਼ ਪਾਸ ਹੋ ਕੇ ਕਾਨੂੰਨ ਬਣਨਾ ਚਾਹੀਦਾ ਸੀਗਾ, ਤਾਂ ਸਰਕਾਰ ਨੇ ਪਹਿਲਾਂ ਹੀ ਕਾਨੂੰਨ ਬਣਾਤਾ। ਪਰ ਸ਼ਾਇਦ ਉਹ ਅੰਡਰ ਐਸਟੀਮੇਟ ਕਰ ਗਏ ਸਾਨੂੰ, ਸਾਡੇ ਭਰਾਵਾਂ ਨੂੰ, ਕਿਉਂਕਿ ਸ਼ਾਇਦ ਜਿਹੜੀ ਸਾਡੀ ਛਵੀ ਸੀਗੀ ਉਹ, ਕਿਉਂਕਿ ਬਾਲੀਵੁੱਡ ਦਾ ਜ਼ਿਕਰ ਵੀ ਜ਼ਰੂਰ ਮੈਂ ਸਮਝਦਾ ਵੀ ਕਰਨਾ ਚਾਹੀਦਾ ਹੈ। ਪੰਜਾਬ ਉਹਨਾਂ ਨੂੰ ਇੱਕ ਪਰਫੈਕਟ ਲੋਕੇਸ਼ਨ ਲੱਗਦੀ ਸੀਗੀ। ਪੰਜਾਬ ਆ ਕੇ ਉਹ ਬੜੇ ਦਿਨ ਲਾਉਂਦੇ, ਫਿਲਮਾਂ ਸ਼ੂਟ ਕਰਦੇ। ਅੱਜ ਜਿਵੇਂ ਸਤਿਕਾਰਯੋਗ ਬਜ਼ੁਰਗ ਬੈਠੇ ਆ, ਇਹਨਾਂ ਨੂੰ ਉਹ ਆਪਦੇ ਗਾਣਿਆਂ ਦੇ ਵਿੱਚ, ਫਿਲਮਾਂ ਦੇ ਵਿੱਚ ਡਾਇਰੈਕਟਰ ਹੈ ਜਿਹੜੇ, ਐਕਟਰ ਹੈ, ਉਹ ਨਾਲ ਬਿਠਾ ਕੇ ਸ਼ੂਟ ਕਰਦੇ ਸੀ। ਤੇ ਪਰ ਅੱਜ ਜਦੋਂ ਇਹਨਾਂ ਨੂੰ ਲੋੜ ਹੈ ਬਈ, ਅੱਜ ਝੁਰਡੀਆਂ ਦੇਖੋ, ਤੁਸੀਂ ਦੱਸੋ ਵੀ ਇਹਨਾਂ ਰੂਹਾਂ ਵੱਲੋਂ ਤੱਕ ਨਹੀਂ ਸਕਦੇ। ਤੇ ਜਦੋਂ ਬੰਦਾ ਬਾਲੀਵੁੱਡ ਬੈਠਾ, ਕਿਉਂਕਿ ਉਹਦੀ ਅਪਰੋਚ ਲਾਰਜਰ ਹੁੰਦੀ ਆ ਬਈ। ਜਿਵੇਂ ਤੁਹਾਡਾ ਚੈਨਲ ਜੱਗ ਬਣੀ ਹੈ, ਦੁਨੀਆ ਦੇ ਕੋਨੇ-ਕੋਨੇ ਤੇ ਤੁਹਾਡਾ ਨਾਮ ਹੈ ਬਈ, ਤੁਹਾਡੀ ਅਪਰੋਚ ਇੰਨੀ ਵਾਈਡ ਹੈ। ਅੱਜ ਆਪਾਂ ਗੱਲ ਕਰ ਰਹੇ ਹਾਂ ਜਾਂ ਤੁਸੀਂ ਹੋਰ ਕਿਸੇ ਵੀ ਬੰਦੇ ਦੀ ਇੰਟਰਵਿਊ ਕਰਦੇ ਆ, ਜਿਵੇਂ ਆਪਾਂ ਪਹਿਲਾਂ ਕਿਸਾਨ ਜਥੇਬੰਦੀਆਂ ਦੇ ਸਤਿਕਾਰਯੋਗ ਲੀਡਰ ਸੀਗੇ ਸਰਦਾਰ ਰੁਲਦੂ ਸਿੰਘ ਹਨਾ, ਉਹਨਾਂ ਕੋਲੇ ਬੈਠੇ ਸੀ। ਇਹ ਚੀਜ਼ਾਂ ਬਈ ਬੜੀ ਗਾਂਹ ਤੱਕ ਜਾਂਦੀਆਂ, ਤਾਂ ਉਹਨਾਂ ਦੀ ਅਪਰੋਚ ਵੱਡੀ ਸੀ। ਹਾਂ ਦਾ ਨਾਰਾ ਇੱਕ ਵਾਰੀ ਤਾਂ ਜ਼ਰੂਰ ਬਣਦਾ ਸੀਗਾ ਬਈ। ਕਿੰਨੀ ਉਮਰ ਹੈ ਤੁਹਾਡੀ? ਮੇਰੀ 80 ਦੇ ਨੇੜੇ ਆ। ਹਾਂ, ਤੁਸੀਂ ਵੀ 26 ਤਰੀਕ ਤੋਂ ਨਹੀਂ ਅਸੀਂ ਤਾਂ ਅੱਜ ਹੀ ਆਏ ਹਾਂ। ਅੱਛਾ ਜੀ। ਹਾਂਜੀ, ਕਿਹੜਾ ਪਿੰਡ? ਸਾਡਾ ਪਿੰਡ ਮੁਕਤਸਰ ਕੋਲੇ ਅਕਾਲਗੜ੍ਹ ਹੈ। ਹਾਂਜੀ, ਤੇ ਮੁਕਤਸਰ ਤੋਂ ਕੈਨੇਡਾ ਤੋਂ ਆਏ ਕੱਲ੍ਹ? ਕੈਨੇਡਾ ਤੇ ਮੈਂ ਹੀ ਜਾਇਆ ਹਾਂ ਉੱਥੇ। ਹਾਂ, ਕੈਨੇਡਾ ਦੇ ਵਿੱਚ ਨਾ BC ਦੇ ਵਿੱਚ ਬੇਰੀ ਲੱਗਦੀ ਹੈ ਜੀ। BC ਉੱਥੋਂ ਦਾ ਹੈਗਾ ਸੂਬਾ ਇੱਕ, ਹਾਂ, ਤੇ ਉੱਥੇ ਬੇਰੀ ਲੱਗਦੀ ਹੈ। ਇਸੇ ਤਰ੍ਹਾਂ ਉਹ ਸੰਘਰਸ਼ ਕਰਦੇ ਆ ਬੇਰੀ ਵਾਸਤੇ ਵੀ ਸਾਡੇ ਕੀਮਤਾਂ ਕਿਵੇਂ ਲੋ ਹੁੰਦੀਆਂ, ਕਿਵੇਂ ਸਾਡੀ ਲੇਬਰ ਵੱਧਦੀ ਆ, ਕਿਸ ਤਰ੍ਹਾਂ। ਇਸੇ ਤਰ੍ਹਾਂ ਉਹ ਵੀ ਸੰਘਰਸ਼ ਕਰਦੇ ਆ। ਪਰ ਉੱਥੋਂ ਦੀ ਗੌਰਮੈਂਟ ਇਹ ਆਦੀ ਆ ਵੀ ਤੁਹਾਡੀ ਗੱਲ ਸੁਣਦੇ ਹਾਂ ਅਸੀਂ, ਤੁਸੀਂ ਇੱਕ ਯੂਨਿਟੀ ਬਣਾ ਲਓ, ਤੁਸੀਂ ਉਸ ਤਰ੍ਹਾਂ ਇਕੱਠੇ ਹੋ ਜਾਓ, ਇਕੱਠੇ ਹੋ ਕੇ ਸੁਣਦੇ ਆ। ਪਰ ਇੱਥੇ ਸੁਣਦਾ ਹੀ ਕੋਈ ਨਹੀਂ। ਬਸ ਸਾਡਾ ਬਾਈ ਮੈਂ ਸਮਝਦਾ ਵੀ ਇਹੀ ਚੀਜ਼ ਸੈਡ ਪਾਰਟ ਹੈ ਸਾਡੇ ਲਈ, ਵੀ ਸਾਡੀ ਸਰਕਾਰ ਨਹੀਂ ਸਾਡੀ ਗੱਲ ਸੁਣਦੀ। ਬਜ਼ੁਰਗਾਂ ਨੇ ਬਹੁਤ ਸੋਹਣੀ ਗੱਲ ਕੀਤੀ, BC ਬ੍ਰਿਟਿਸ਼ ਕੋਲੰਬੀਆ ਜਾਂ ਕਿਸਾਨ ਤਾਂ ਬਾਈ ਹਰ ਦੁਨੀਆ ਦੇ ਵਿੱਚ ਬੜੇ ਬੜੇ ਦੇਸ਼ਾਂ ਦੇ ਵਿੱਚ ਕਿਸਾਨ ਹੈ। ਪਰ ਜਿਵੇਂ ਮੈਂ ਖਾਸ ਤੌਰ ਤੇ ਕੈਨੇਡੀਅਨ ਪ੍ਰਧਾਨ ਮੰਤਰੀ ਆਈ ਜਸਟਿਨ ਟਰੂਡੋ, ਉਹਨਾਂ ਨੂੰ ਮੈਂ ਸਲੂਟ ਕਰਦਾ ਇਸ ਗੱਲ ਦੇ ਲਈ ਵੀ ਉਹ ਗੱਲਾਂ ਸੁਣਦੇ ਨੇ
ਔਰ ਉਹਨਾਂ ਨੇ ਪਹਿਲੇ ਪ੍ਰਧਾਨ ਮੰਤਰੀ ਉਹ ਸੀ ਜਾਂ ਬਾਅਦ ਦੇ ਵਿੱਚ ਹਿਲਰੀ ਕਲਿੰਟਨ ਬੜੇ ਵੱਡੇ ਲੈਵਲ USA ਦੇ ਵਿੱਚ ਬੈਠੇ ਨੇ, ਉਹਨਾਂ ਨੇ ਹਾਂ ਦਾ ਨਾਰਾ ਸਾਡੇ ਪੱਖੀ ਬਿਆਨ ਦਿੱਤੇ ਔਰ ਇਸ ਐਜੀਟੇਸ਼ਨ ਦਾ ਉਹ ਸਾਥ ਦੇ ਰਹੇ ਆ ਕਿਉਂਕਿ ਪੀਸਫੁਲ ਪ੍ਰੋਟੈਸਟ ਹੈ ਔਰ ਕਿਸਾਨਾਂ ਦਾ ਹੱਕ ਹੈ ਜੀ। ਇਹ ਕੋਈ ਅਸੀਂ ਜੱਗੋਂ ਤੇਰਵੀਂ ਗੱਲ ਨਹੀਂ ਕਰ ਰਹੇ ਵੀ ਅਸੀਂ ਕੋਈ ਹੋਰ ਗੱਲ ਮੰਗ ਰਹੇ ਹਾਂ ਜਿਹੜੀ ਕੋਈ ਕਹਿ ਲਓ ਵੀ ਹੋ ਨਹੀਂ ਸਕਦੀ। ਸਾਡੇ ਤੇ ਜੀ ਨਾ ਥੋਪੋ ਜੀ, ਸਾਡੀ ਇਹ ਗੁਜ਼ਾਰਿਸ਼ ਹੈ ਤੁਹਾਨੂੰ, ਜੇ ਤੁਸੀਂ ਸੁਣਦੇ ਤੁਸੀਂ ਜ਼ਰੂਰ ਹੈ ਕਿਉਂਕਿ ਚੈਨਲ ਤੁਸੀਂ ਮੀਡੀਆ ਦਾ ਮੈਂ ਧੰਨਵਾਦ ਕਰਦਾ ਜੀ ਹਰ ਇੱਕ ਰੂਹ ਦੇ ਪੱਖੋਂ ਵੀ ਥੈਂਕ ਯੂ ਤੁਹਾਡਾ, ਤੁਸੀਂ ਸਾਡੀ ਗੱਲ ਰੱਖਦੇ ਆ। ਤਾਂ ਸਰਕਾਰ ਗਵਰਨਮੈਂਟ ਇੰਡੀਆ ਦੀ ਨੂੰ ਅਪੀਲ ਹੈ ਵੀ ਤੁਸੀਂ ਸਾਡੇ ਇਹ ਜਿਹੜੇ ਕਾਨੂੰਨ ਹੈ ਨਾ ਲਾਗੂ ਕਰੋ, ਸਾਨੂੰ ਮਾਰੋ ਨਾ ਜੀ, ਅਸੀਂ ਤੁਹਾਡੇ ਅਤੀ ਧੰਨਵਾਦੀ ਹੋਵਾਂਗੇ। ਤਾਂ ਬਾਈ ਅਜੇ ਪਾਲ ਸਿੰਘ ਨੇ ਇਹ ਕੈਨੇਡਾ ਤੋਂ ਰਾਤ ਹੀ ਆਏ ਨੇ, ਰਾਤ ਆ ਕੇ ਪਿੰਡ ਨਾ ਜਾ ਕੇ ਪਹਿਲਾਂ ਦਿੱਲੀ ਟਿੱਕਰੀ ਬਾਰਡਰ ਪੁੱਜੇ ਨੇ ਔਰ ਕਿਸਾਨਾਂ ਦੇ ਨਾਲ, ਕਿਉਂਕਿ ਇੱਥੇ ਪਹਿਲਾਂ ਬੈਠਕ ਕਰ ਰਹੇ ਸੀਗੇ, ਆਪਣੇ ਜਜ਼ਬਾਤ ਸਾਂਝੇ ਕੀਤੇ ਨੇ ਕਿ ਕੈਨੇਡਾ ਹਰ ਕੋਈ ਨੌਜਵਾਨ ਉੱਥੇ ਕਾਹਲਾ ਹੈ ਇੱਥੇ ਆਉਣ ਲਈ, ਕਿਸਾਨਾਂ ਦੀ ਹਿਮਾਇਤ ਲਈ। ਔਰ ਤੁਸੀਂ ਇਹ ਰੰਗ ਦੇਖੋ, ਪੈਰ ਪੈਰ ਤੇ ਜਜ਼ਬਾਤ ਨੇ, ਪੈਰ ਪੈਰ ਤੇ ਨਵਾਂ ਪੰਜਾਬ ਹੈ। ਬਜ਼ੁਰਗ ਨਾਲ ਬੈਠੇ ਹੋਏ ਨੇ, ਜਿਹੜੇ ਇੱਥੇ ਪੰਜਾਬ ਨੇ, ਜਿਹੜੇ ਕੈਨੇਡਾ ਨੇ ਉਹ ਵੀ, ਔਰ ਕਿਵੇਂ ਜਜ਼ਬਾਤ ਆਪਸ 'ਚ ਸਾਂਝੇ ਹੋ ਰਹੇ ਨੇ, ਕਿਵੇਂ ਇੱਕ ਦੂਜੇ ਇਹਨਾਂ ਨੇ ਆ ਕੇ ਜਦ ਅਸੀਂ ਬੈਠੇ ਵੀ ਸੀਗੇ ਆਂਦੇ ਹੀ ਗੱਲ ਕੀ ਕਿ ਮੇਰੇ ਲਾਇਕ ਉੱਥੇ ਲਾਇਕ ਕੀ ਸੇਵਾ ਹੋ ਸਕਦੀ ਹੈ, ਉੱਥੋਂ ਕੌਣ ਮਦਦ ਕਰ ਸਕਦਾ, ਕਿਵੇਂ ਆ ਸਕਦੇ ਆ, ਇਸ ਲਈ ਜ਼ਰੂਰ ਦੱਸੋ। ਤਾਂ ਇਹ ਤੁਹਾਨੂੰ ਅਸੀਂ ਤਸਵੀਰਾਂ ਟਿੱਕਰੀ ਬਾਰਡਰ ਦੀਆਂ ਦਿਖਾ ਰਹੇ ਨੇ ਕਿ ਕਿਵੇਂ ਜਜ਼ਬਾਤ ਇੱਥੇ ਪੈਰ ਪੈਰ ਤੇ ਨੇ। ਕੈਮਰਾਮੈਨ ਅਮਨਦੀਪ ਦੇ ਨਾਲ ਅਮਨ ਭਾਰਦਵਾਜ, ਜਗਬਾਣੀ, ਟਿੱਕਰੀ ਬਾਰਡਰ, ਦਿੱਲੀ।